तेरो सेवक एहो रंगे माता, तेरो सेवक एह रंगे माता, तेरो सेवक एह रंगे माता, एह रंगे माता, एह रंगे माता। एह रंगे माता, एह रंगे माता, एह रंगे माता, एह रंगे माता, तेरो सेवक एह रंगे माता, तेरो सेवक एह रंगे माता। आसी ਉਸ ਦਾ ਪੰਨਾ ਹੈ ਜਿਹਦੇ ਤੇ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹਨੂੰ ਬਾਣੀ 'ਚ ਪੋਥੀ ਵੀ ਲਿਖਿਆ ਹੈ, ਇਹਨੂੰ ਬਾਬੇ ਦੀ ਬੀੜ ਵੀ ਕਿਹਾ ਹੈ, ਔਰ ਉਹਦਾ ਪੰਨਾ ਅਸੀਂ ਦੇਣ ਲੱਗੇ ਹਾਂ। ਪੰਨਾ ਹੈ 641, 641 ਪੰਨੇ ਦਾ ਸ਼ਬਦ ਏ। ਸੋਰਠੇ ਮਹੱਲਾ ਪੰਜਵਾਂ, ਘਰ ਦੂਜਾ, ਅਸ਼ਟਪਦੀਆਂ। ਮਹੱਲੇ ਪੰਜਵੇਂ ਦਾ ਇਹ ਸ਼ਬਦ ਹੈ। ਘਰ ਦੂਜੇ 'ਚ ਗਾਏ ਆ ਅਸੀਂ। ਘਰ ਦੂਜਾ ਤਪਲੇ ਦੀ ਤਾਲ ਹੈ ਘਰ। ਅਸ਼ਟਪਦੀਆਂ ਹੈ, ਇਹਦੇ 8 ਸਟੈਂਜ਼ੇ ਨੇ, 8 ਪਦੇ ਨੇ, ਔਰ ਇਹ ਸ਼ਬਦ ਮਹੱਲੇ ਪੰਜਵੇਂ ਦਾ ਹੈ ਔਰ ਮਹੱਲਾ ਪੰਜਵਾਂ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਔਰ ਕਦੀ ਸੋਰਠ ਨਹੀਂ ਕਹਿਣਾ ਚਾਹੀਦਾ, ਹਮੇਸ਼ਾ ਹੀ ਸੋਰਠ ਹੀ ਹੋਏਗਾ। ਅਸੀਂ ਸਿੱਧਾ ਕਹਿ ਦਿੰਦੇ ਗਲਤ ਬਾਣੀ, ਸੋਰਠ ਮਹੱਲਾ ਪੰਜਵਾਂ ਨਹੀਂ, ਸੋਰਠ ਹੀ ਹਮੇਸ਼ਾ ਹੋਏਗਾ। ਠੱਠੇ ਨੂੰ ਸਿਆਰੀ ਹੈ। ਥੋੜ੍ਹਾ ਥੋੜ੍ਹਾ ਅਸੀਂ ਬਾਣੀ ਨੂੰ ਜਿੱਦਾਂ ਲਿਖੀ ਹੈ ਉੱਦਾਂ ਪੜ੍ਹਨਾ ਸਿੱਖੀਏ। ਤੋ ਉਹਦੀ ਅਸੀਂ ਅਖੀਰਲੀ ਲਾਈਨਾਂ ਦੇ ਰਹਾਓ ਦੀ ਤੁਕਾਂ ਚੱਕ ਰਹੇ ਹਾਂ। ਇਹ ਸ਼ਬਦ ਦੇ 2 ਰਹਾਓ ਹੈ ਔਰ ਇਹ ਐਡਾ ਡੂੰਘਾ ਸ਼ਬਦ ਹੈ ਜਿਹੜਾ ਆਪਣੇ ਰੰਗ 'ਚ ਮਹਾਰਾਜ ਨੇ ਲਿਖਿਆ। ਤੇਰੋ ਸੇਵਕ ਇਹ ਦੂਜਾ ਰਹਾਓ ਹੈ। ਪਹਿਲਾ ਰਹਾਓ ਵੀ ਅਸੀਂ ਗਾਵਾਂਗੇ ਔਰ ਦੂਜਾ ਰਹਾਓ, 2 ਰਹਾਓ ਹੈ ਇਸ ਸ਼ਬਦ ਦੇ। 2 ਸੈਂਟਰਲ ਆਈਡੀਆਜ਼ ਨੇ। ਦੋਵਾਂ ਰਹਾਵਾਂ ਦੇ ਦੁਆਲੇ ਸ਼ਬਦ ਪਾਉਂਦਾ ਹੈ। ਪਹਿਲਾ ਰਹਾਓ ਸਵਾਲ ਹੈ, ਦੂਸਰੇ ਰਹਾਓ 'ਚ ਜਵਾਬ ਹੈ। ਤੋ ਇਸ ਸ਼ਬਦ ਦਾ ਗਿਆਨ ਲੈਣ ਤੋਂ ਪਹਿਲਾਂ ਜਿੱਦਾਂ ਇਹ ਸ਼ਬਦ ਲਿਖਿਆ ਅਸੀਂ ਪੂਰਾ ਉਸੇ ਤਰ੍ਹਾਂ ਹੀ ਪੜ੍ਹਾਂਗੇ। ਉੱਥੋਂ ਬਾਅਦ ਫਿਰ ਇਹਦਾ ਗਿਆਨ ਲਵਾਂਗੇ ਜਿਸ ਤਰ੍ਹਾਂ ਮਹਾਰਾਜ ਬਖਸ਼ੇ। ਕਿਉਂਕਿ ਜੈਸੀ ਮਤ ਦੇਵੋ ਹਰ ਸੁਆਮੀ, ਹਮ ਤੈਸੇ ਬੁਲਗ ਬਲਾਗੀ, ਕਿਆ ਹਮ ਕਿਰਮ ਨਾਨਕ ਕੀਰੇ, ਤੁਮ ਵੱਡ ਪੁਰਖ ਵਡਾਗੀ। ਜਿੱਦਾਂ ਦੀ ਮਤ ਸੰਗਤ 'ਚ ਬੈਠ ਕੇ ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਤੋ ਬਾਣੀ ਅਥਾਹ ਹੈ, ਇਹਦਾ ਦਮ ਗਜਾ ਮਾਰ ਦੇਣਾ ਵੀ ਸਾਡੇ ਆ ਭਾਵ ਅਰਥ ਅਸੀਂ ਜਿਹੜੇ ਕੀਤੇ ਠੀਕ ਹੈ, ਇਹ ਨਹੀਂ, ਇਹ ਅਥਾਹ ਬਾਣੀ ਹੈ। ਇਸ ਕਰਕੇ ਇਹਦੀ ਡੂੰਘਾਈ ਇੰਨੀ ਹੈ, ਇਹਦੀ ਹਾਥ ਕੋਈ ਨਹੀਂ। ਜਿੰਨੀ ਕੁ ਮਤ ਸੰਗਤ 'ਚ ਬੈਠ ਕੇ ਆਉਂਦੀ ਹੈ ਅਸੀਂ ਇਹਨੂੰ ਸਮਝਣ ਦੀ ਔਰ ਆਪਣੀ ਮਤ ਨਾਲ ਨਹੀਂ, ਬਾਣੀ ਨੂੰ ਬਾਣੀ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ
ਵੀ दो रहाओ क्यों लाए है। विवेक करांगे भी पहला रहाओ सवाल लगता है, दूसरे रहाओ 'ਚ जवाब है। आओ पहला ਜਿਹੜਾ ਅਸੀਂ ਪ੍ਰਕਰਣ ਲਈ ਆ ਰਹੇ ਹਾਂ ਔਰ ਉਹਦੀਆਂ ਕਈ ਟੇਪਾਂ ਬਣਾ ਚੁੱਕੇ ਹਾਂ, ਉਹ ਪ੍ਰਕਰਣ ਹੈ ਹੋਲਾ ਮਹੱਲਾ। ਉਸੇ ਲੜੀ ਦਾ ਇਹ ਸ਼ਬਦ ਅਸੀਂ ਲਿਆ ਹੈ ਵੀ ਕੀ ਗੱਲ ਹੈ ਵੀ ਸਿੱਖਾਂ 'ਚ ਸਿੱਖ ਹੋਲੀ ਕਿਉਂ ਖੇਲਦੇ ਹੈ ਔਰ ਦਾੜੀਆਂ ਰੰਗ ਲੈਣੀਆਂ, ਮੂੰਹ ਕਾਲਾ ਕਰ ਲੈਣਾ, ਸਾਰਾ ਕੁਛ ਦਾੜੀਆਂ ਕਾਰਟੂਨ ਬਣਾ ਲੈਣੇ। ਇਹ ਹਿੰਦੂ ਹੋਲੀ ਖੇਲਦੇ ਸੀ। ਦਸਮ ਪਾਤਸ਼ਾਹ ਨੇ ਮਨ੍ਹਾ ਕੀਤੀ ਹੈ। ਦਸਮ ਪਾਤਸ਼ਾਹ ਨੇ ਹੋਲੀ ਦੀ ਜਗ੍ਹਾ ਹੋਲਾ ਮਹੱਲਾ ਅਨੰਦਪੁਰ ਸਾਹਿਬ ਮਨਾਇਆ ਔਰ ਉਹਨਾਂ ਦਿਨਾਂ 'ਚ ਮਨਾਇਆ। ਕੀ ਮਜਾਲ ਆ ਉੱਥੇ ਹੋਲੇ ਮਹੱਲੇ ਦੇ ਕੋਈ ਸਿੱਖ ਇੱਕ ਦੂਜੇ 'ਤੇ ਰੰਗ ਸੁੱਟ ਜਾਏ। ਦਸਮ ਪਾਤਸ਼ਾਹ ਦਾ ਹੁਕਮ ਸੀ। ਪੁਰਾਤਨ ਸਿੱਖ ਰੰਗ ਨਾਲ ਨਹੀਂ ਸੀ ਖੇਲਦੇ। ਸਾਡਾ ਰੰਗ ਹੈ ਅੰਦਰਲਾ ਰੰਗ। ਇਹਦੀਆਂ ਅਸੀਂ ਟੇਪਾਂ ਬਣਾਈ ਆ ਰਹੇ ਹਾਂ ਵੀ ਹਿੰਦੂਇਜ਼ਮ 'ਚ ਨਹੀਂ ਵੜਨਾ। ਸਾਡੀ ਜੋ ਦਸਮ ਪਾਤਸ਼ਾਹ ਨਾਲ ਰਸਮ ਹੋਲੇ ਮਹੱਲੇ 'ਤੇ ਤੋਰੀ ਆ, ਉੱਥੇ ਵੀ ਬਗੈਰ ਰੰਗ ਤੋਂ ਅੰਦਰਲੇ ਰੰਗ ਦੀ ਗੱਲ ਕਰੋ ਔਰ ਮਹੱਲਿਆਂ ਦੀ ਬਾਣੀ ਪੜ੍ਹੋ। ਉਹਦੇ 'ਚ ਕੀ ਰੰਗ ਹੈ, ਇਸ ਕਰਕੇ ਉਹਦਾ ਨਾਂ ਹੋਲਾ ਮਹੱਲਾ ਰੱਖਿਆ। ਔਰ ਅਸੀਂ ਇਹਦਾ ਤੰਦ ਕੱਤੀ ਆ ਰਹੇ ਹਾਂ ਔਰ ਇਹ 'ਚੋਂ ਅਜੀਬ ਚੀਜ਼ਾਂ ਮਿਲ ਰਹੀਆਂ ਕਿ ਸਾਡੀ ਸਾਰੀ ਸਿੱਖ ਕੌਮ 'ਚ ਜੋ ਰਵਾਇਤਾਂ ਤੁਰੀਆਂ ਹੈ, ਸਾਡੇ ਸਿੱਖਾਂ 'ਚ ਸਾਨੂੰ ਜ਼ਬਰਦਸਤੀ ਔਰ ਭੋਲੇ ਭਾਈ ਸਾਡੇ ਸਿੱਖਾਂ ਨੂੰ ਸਾਰਿਆਂ ਨੂੰ ਹਿੰਦੂ ਬਣਾਇਆ ਜਾ ਰਿਹਾ ਹੈ। ਹਰ ਰਸਮ 'ਚ ਸਾਡੀ ਹਿੰਦੂਇਜ਼ਮ ਹੈ ਜਿਹੜੀ ਕਿ ਬਾਣੀ ਨੇ ਕੱਟੀ। ਅਸੀਂ ਬ੍ਰਾਹਮਣਵਾਦ ਤੋਂ, ਇਹਨਾਂ ਰੀਤਾਂ ਤੋਂ ਬਚਣਾ ਹੈ ਕਿਉਂਕਿ ਕਸੂਰ ਕਿਸੇ ਦਾ ਨਹੀਂ ਹੈ। ਕਸੂਰ ਹੈ ਬਾਣੀ ਦੀ ਅਗਿਆਨਤਾ ਦਾ। ਬਾਣੀ 'ਚ ਕੁਛ ਲਿਖਿਆ, ਅਸੀਂ ਮਨਾਈ ਕੁਛ ਜਾਂਦੇ ਹਾਂ। ਇਸ ਕਰਕੇ ਅਸੀਂ ਹੋਲੇ ਮਹੱਲੇ 'ਤੇ ਟੇਪ ਸ਼ੁਰੂ ਕੀਤੀ ਸੀ ਦਿੱਲੀ 'ਚ ਔਰ ਉਹਦੀਆਂ ਗਾਂ ਅਸੀਂ ਲੜੀ ਛੋਈ ਹੈ ਤਾਂ ਕਿ ਸਿੱਖਾਂ ਨੂੰ ਹੋਸ਼ ਆਏ ਵੀ ਅਸੀਂ ਹੋਲੀ ਨਹੀਂ ਖੇਲਣੀ। ਜਿੱਦਾਂ ਦਸਮ ਪਾਤਸ਼ਾਹ ਵੇਲੇ ਅੰਦਰ ਰੰਗ ਵਰਦਾ ਸੀ ਔਰ ਸਾਰੇ ਮਹੱਲਿਆਂ ਦੇ ਸ਼ਬਦ ਅਸੀਂ ਲੈ ਲੈ ਕੇ ਸਾਫ਼ ਕਰੀ ਆ ਰਹੇ ਹਾਂ ਵੀ ਸਿੱਖ ਹੋਲੀ ਨਾ ਖੇਲੇ। ਅੰਦਰਲਾ ਰੰਗ ਹੈ ਸਾਡਾ, ਬਾਹਰਲਾ ਇਹ ਤਮਾਸ਼ਾ ਜਿਹਾ, ਇਹ ਸਾਰੀ ਰੀਤ ਇਹ ਹੋਲਕਾ ਦੀ ਯਾਦ 'ਚ ਹੈ। ਹਰਨਾਕਸ਼ ਦੀ ਭੈਣ ਹੋਲਕਾ ਸੀ ਔਰ ਉਹ ਪ੍ਰਹਲਾਦ ਦੀ ਭੂਆ ਸੀ। ਹਰਨਾਕਸ਼ ਕੋਲੋਂ ਮਰਿਆ ਨਾ ਪ੍ਰਹਲਾਦ, ਉਹਦੀ ਭੈਣ ਕਹਿਣ ਲੱਗੀ ਹੋਲਕਾ ਵੀ ਇਹਨੂੰ ਮੇਰੇ ਕੋਲ ਦੇ ਦਿਓ, ਲੱਕੜਾਂ ਬਾਲ ਦਿਓ ਆਲੇ ਦੁਆਲੇ, ਮੈਨੂੰ ਵਾਰ ਹੈ ਦੇਵੀ ਦਾ ਅੱਗ ਦਾ ਭਈ ਮੈਂ ਬਾਜਾਂਗੀ ਅਤੇ ਇਹ ਬੱਚਾ ਸੜ ਜਾਊਗਾ। ਹੋਇਆ ਕਿ ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਪ੍ਰਹਲਾਦ ਭੱਜ ਗਿਆ, ਹੋਲਕਾ ਸੜ ਗਈ। ਤਦੀ ਹੋਲੀ ਵਾਲੇ ਦਿਨ ਸ਼ਾਮ ਨੂੰ ਹੋਲੀ ਦਿਨੇ ਖੇਡ ਕੇ ਰਾਤ ਨੂੰ ਲੱਕੜਾਂ ਬਾਲਦੇ ਨੇ। ਪੁਰਾਣੀ ਸਾਡੇ ਸਤਯੁਗ ਤੋਂ ਤੁਰੀ ਆ ਰਹੀ ਹਿੰਦੂਇਜ਼ਮ ਦੀ ਰੀਤ। ਪਰ ਭਗਤਾਂ ਨਾਲ, ਸਾਡੇ ਗੁਰੂਆਂ ਨੇ ਕੋਈ ਇਹਦੇ ਮਤਲਬ ਕਹਾਣੀ ਨਹੀਂ ਲਿਖੀ। ਛੱਕਾ ਲਿਖ ਦਿੱਤਾ ਵੀ ਪ੍ਰਹਲਾਦ ਦੀ ਪੈਜ ਰੱਬ ਨਾ ਰੱਖੀ, ਉਹ ਬਚ ਗਿਆ ਔਰ ਖੁਸ਼ੀ ਮਨਾਈ ਫਿਰ। ਔਰ ਇਹਨਾਂ ਸ਼ਬਦਾਂ ਦੇ ਰਾਹੀਂ ਅਸੀਂ ਕੱਢੀ ਆ ਰਹੇ ਹਾਂ ਵੀ ਅਨੰਦਪੁਰ ਸਾਹਿਬ ਦੇ ਉਸ ਮੈਦਾਨ 'ਚ ਕੋਈ ਸ਼ਿਵਾਲਿਕ ਦੀ ਗੋਦ 'ਚ ਦਸਮ ਪਾਤਸ਼ਾਹ ਨੇ ਇੱਕ ਪਲਟਾ ਲਿਆ ਤਾ ਵੀ ਖਬਰਦਾਰ ਕੋਈ ਹਿੱਲ। ਇਸ ਵੇਲੇ ਕੌਮ ਨੂੰ ਕੋਈ ਫਾਇਦਾ ਨਹੀਂ ਆ ਹੋਲੀਆਂ ਖੇਲਣ ਦਾ। ਮੁਗਲ ਪਠਾਨ ਪੰਜਾਬ ਦੀ ਧਰਤੀ ਨੂੰ ਤੱਪੜ ਬਣਾ ਕੇ ਗਾਂ ਲੁੱਟਣ ਲੰਘਦੇ ਔਰ ਸਾਡੀਆਂ ਕੁੜੀਆਂ ਚੱਕ ਕੇ ਫਿਰ ਵਾਪਸ ਪੰਜਾਬ ਨੂੰ ਲਤੜਦੇ ਚਲੇ ਜਾਂਦੇ ਨੇ। ਇਹਨਾਂ ਦਾ ਮੂੰਹ ਭੰਨੋ। ਇਸ ਕਰਕੇ ਉੱਥੇ ਐਡੀ ਵੱਡੀ ਅਕੈਡਮੀ, ਐਡੀ ਵੱਡੀ ਐਕਸਰਸਾਈਜ਼, ਐਡੀ ਵੱਡਾ ਸ਼ਸਤਰਾਂ ਦਾ ਅਭਿਆਸ ਕੀਤਾ ਹੋਲੇ ਮਹੱਲੇ ਦੇ ਉੱਤੇ ਫੌਜਾਂ ਦੇ ਨਾਲ ਵੀ ਸ਼ਿਵਾਲਿਕ ਦੇ ਪਹਾੜ ਗੂੰਜ ਉੱਠੇ। ਔਰ ਉੱਥੇ ਅੱਜ ਸੇ ਦੇ ਹੋ ਰੀਤ ਹੈ ਵੀ ਕੋਈ ਵੀ ਉੱਥੇ ਹੋਲੀ ਨਹੀਂ ਖੇਲੇਗਾ। ਹੋਲਾ ਮਹੱਲਾ ਕਹਿਤਾ ਨਾ ਔਰ ਕਹਿੰਦੇ ਅੰਦਰਲਾ ਰੰਗ ਚੜਾਓ ਔਰ ਵਰਜ਼ਿਸ਼ਾਂ ਕਰੋ ਔਰ ਤਕੜੇ ਹੋਵੋ ਔਰ ਇਹ ਨਾਲ ਪਠਾਣਾਂ ਦਾ ਮੂੰਹ ਭੰਨੋ। ਇਸ ਕਰਕੇ ਉੱਥੋਂ ਸਪਿਰਿਟ ਭਰ ਕੇ ਉਹ ਕੌਮ ਜਾਗੀ ਔਰ ਪਹਾੜੀ ਰਾਜਿਆਂ ਨੂੰ ਦੁੱਖ ਲੱਗਾ ਵੀ ਅੱਜ ਸੇ ਤਾਂ ਕਦੀ ਕਿਸੇ ਨਾਲ ਹੋਲੀ ਨਹੀਂ ਸੀ ਕੱਟੀ, ਇਹ ਨਵੇਂ ਗੁਰੂ ਆ ਗਏ। ਇਸ ਕਰਕੇ ਤਾਂ ਇਹਦਾ ਨਾਂ ਮਹਾਰਾਜ ਨੇ ਹੋਲਾ ਮਹੱਲਾ ਰੱਖਿਆ। ਔਰ ਅਸੀਂ ਪਿੱਛੇ ਉਸ ਟੇਪ ਬਣਾ ਚੁੱਕੇ ਹਾਂ। ਜਿਹੜਾ ਹਜ਼ੂਰੀ ਕਵੀ ਸੀ ਭਾਈ ਨੰਦ ਲਾਲ ਜੀ, ਉਹਦੀ ਪਰਸ਼ੀਅਨ ਦਾ ਕਲਾਮ ਵੀ ਸ਼ਬਦ ਕੁਰਬਾਨ ਖਾ ਕੇ ਰਾਹੇ ਸੰਗਤ, ਗੁਲੇ ਹੋਲੀ ਪਬਾਗੇ ਦਹਰਬੂ ਕਰਦ। ਉਹਦੀ ਸਿਰਫ ਇੱਕ ਐਸੀ ਸ਼ਾਹ ਜਿਹੜੀ ਬਾਣੀ ਤੋਂ ਬਾਹਰ ਅਸੀਂ ਦਿੱਤੀ ਔਰ ਉਹ ਉਸ ਵੇਲੇ ਅੱਖਾਂ ਨਾਲ ਦੇਖ ਰਿਹਾ ਸੀ ਵੀ ਹੋਲੀ ਸਿੱਖ ਕਿੱਦਾਂ ਚੜ੍ਹਦੀਆਂ ਕਲਾਂ 'ਚ ਹੋਲੇ ਮਹੱਲੇ 'ਤੇ ਖੇਡਦੇ ਹੈ।
ਔਰ ਉੱਥੋਂ ਹੀ ਸਾਰੀ ਕੌਮ ਦੇ ਗਾਂ ਟੀਕਾ ਲਾਤਾ ਸਪਿਰਿਟ ਦਾ ਵੀ ਕੀ ਮਜਾਲ ਹੈ ਵੀ ਜਿਹੜੇ ਪਠਾਨ ਪਹਿਲਾਂ ਸਾਡੀਆਂ ਕੰਧਾਂ ਟਰਾ ਕੇ ਕੋਠੇ ਟਰਾ ਕੇ ਕੁੜੀਆਂ ਚੱਕ ਕੇ ਲੈ ਜਾਂਦੇ ਸੀ, ਮੁੜ ਕੇ ਉਹ ਪਠਾਨ ਅੱਜ ਕੱਲ੍ਹ ਬੇਲਚੇ ਫੜ ਕੇ ਖੋਤੇ ਲੈ ਕੇ ਸਾਡੇ ਮਕਾਨ ਬਣਾਉਣ ਆਉਂਦੇ। ਉਸੇ ਐਸਾ ਇਹ ਨਾਕਾ ਬੰਦ ਕੀਤਾ। ਔਰ ਇਹ ਸਿਰਫ ਇਸੇ ਦਸਮ ਪਾਤਸ਼ਾਹ ਦੀ ਕਿਰਪਾ ਸੀ ਵੀ ਹੋਲਾ ਮਹੱਲਾ ਜਿਹੜਾ ਰੱਖਿਆ ਸੀ ਉਹਦੇ 'ਚ ਅੱਜ ਵੀ ਨਿਹੰਗ ਉੱਥੇ ਘੋੜਿਆਂ ਨਾਲ ਸ਼ਸਤਰਬਾਜ਼ੀ ਸਾਰਾ ਕੁਛ ਕਰਦੇ ਹੈ। ਇਹ ਯਾਦਾਂ ਹੈ ਦਸਮ ਪਾਤਸ਼ਾਹ ਦੀਆਂ ਵੀ ਕੌਮ ਨੂੰ ਹੋਲੀਆਂ ਹੱਲੀਆਂ ਖੇਲਣ ਦਾ ਕੋਈ ਫਾਇਦਾ ਨਹੀਂ ਹੈ। ਆਪਣੀਆਂ ਐਸੇ ਆਪਣੇ ਅੰਦਰ ਸਪਿਰਿਟ ਪੈਦਾ ਰੱਖੋ ਵੀ ਜੇ ਕੋਈ ਜ਼ੁਲਮ ਕਰਦਾ ਹੈ ਤਾਂ ਉਹਦਾ ਟਾਕਰਾ ਕਰੋ। ਇਸ ਕਰਕੇ ਸਿੱਖਾਂ ਨਾਲ ਵੀ ਹੁਣ ਉੱਥੇ ਬੜੀ ਭਾਰੀ ਅਕੈਡਮੀ ਬਣਾਉਣੀ ਸ਼ੁਰੂ ਫੌਜ ਦੀ ਕੀਤੀ। ਇਹ ਸਾਰੀਆਂ ਲਾਈਨਾਂ ਦਸਮ ਪਾਤਸ਼ਾਹ ਨੇ ਚਲਾਈਆਂ ਵੀ ਸਾਨੂੰ ਮਾਰਸ਼ਲ ਸਪਿਰਿਟ ਵੀ ਰੱਖਣੀ ਆ। ਅਸੀਂ ਸਾਰੀ ਉਹਦੀ ਯਾਦ 'ਚ ਹੋਲਾ ਮਹੱਲਾ ਖੇਲਿਆ ਜਾਂਦਾ। ਔਰ ਅਸੀਂ ਇੰਨੇ ਸ਼ਬਦ ਲਈ ਆ ਰਹੇ ਹਾਂ ਜੇ ਤੂੰ ਪਤਾ ਹੁੰਦਾ ਹੈ ਵੀ ਇਹ ਤਾਂ ਰੰਗ ਅੰਦਰਲਾ ਹੈ, ਬਾਹਰਲੇ ਰੰਗ ਦਾ ਕੋਈ ਫਾਇਦਾ ਨਹੀਂ ਹੈ ਕੌਮ ਨੂੰ। ਇਸ ਕਰਕੇ ਅੰਦਰਲੇ ਰੰਗ ਦੀ ਅਸੀਂ ਅਖੀਰਲੀ ਤੁਕ ਮਹੱਲਾ ਪੰਜਵਾਂ ਦਿੰਦਾ ਵੀ ਮੈਂ ਵੀ ਇਸੇ ਰੰਗ 'ਚ ਰੱਤੇ ਆ, ਮੈਂ ਨਹੀਂ ਹੋਲੀ ਖੇਲਦਾ। ਮਹੱਲਾ ਪੰਜਵਾਂ ਕਹਿੰਦਾ ਤੇਰੋ ਸੇਵਕ ਇਹ ਰੰਗੇ ਮਾਤਾ ਤੇਰੋ ਸੇਵਕ ਇਹ ਰੰਗੇ ਮਾਤਾ। ਆਹ ਵੈਲ ਰਹਾਓ ਦੂਜਾ। ਪਹਿਲਾ ਰਹਾਓ ਵੀ ਅਸੀਂ ਗਾਵਾਂਗੇ। ਉਹ ਪਹਿਲਾ ਰਹਾਓ ਹੈ ਪਿਆਰੇ ਇਨ ਵਿਦੇ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ। ਦੂਸਰੇ 'ਚ ਜਵਾਬ ਹੈ ਵੀ ਔਰ ਸਾਰੇ ਐਸੇ ਐਸੇ ਕਰਮ ਕਾਂਡ ਦੱਸੇ ਹੈ ਜਿਹੜੇ ਐਨ ਬੰਦੇ ਨੂੰ ਪ੍ਰਤੱਖ ਹੋ ਜਾਣਗੇ। ਸਾਰੀ ਬਾਣੀ ਕੀ ਹੈ? ਸਾਰੀ ਬਾਣੀ ਕਰਮ ਕਾਂਡ ਦੇ ਅਗੇਂਸਟ ਰੈਵੋਲਿਊਸ਼ਨਰੀ ਗਿਆਨ ਹੈ। ਸਦੀਆਂ ਤੋਂ ਯੁੱਗਾਂ ਤੋਂ ਸਤਯੁਗ ਤੋਂ ਲੈ ਕੇ ਸਾਰੇ ਹਿੰਦੁਸਤਾਨ 'ਚ ਕਰਮ ਬੜੇ ਪ੍ਰਧਾਨ ਸੀ। ਪੂਜਾ ਪਾਠ ਹੋਰ ਸਾਰੇ ਰੱਬ ਨੂੰ ਮਿਲਣ ਦੇ ਢੰਗ, ਨਹਾਉਣਾ ਧੋਣਾ, ਸਾਰਾ ਜੋ ਵੀ ਇਹ ਕਰਮ ਕਾਂਡ ਬਹੁਤ ਪ੍ਰਧਾਨ ਸੀ। ਇਸ ਕਰਕੇ ਸਾਰੀ ਬਾਣੀ ਦੇ ਸ਼ਬਦਾਂ 'ਚ ਨਾਮ ਜਪਣ ਦੀ ਖੁਸ਼ਬੂ ਹੋ ਔਰ ਕਰਮ ਕਾਂਡ ਦੀ ਬਦਬੂ ਦੱਸੀ ਹੋ। ਇਹ ਕਿੱਡੀ ਭੈੜੀ ਚੀਜ਼ ਹੈ। ਇਹ ਸ਼ਬਦ ਐਸਾ ਹੈ ਜਿਹਦੇ ਦੋ ਰਹਾਓ ਹੈ। ਪਹਿਲੇ ਹੈ ਵੀ ਮੈਂ ਕੀਏ ਕਰਮ ਅਨੇਕਾ, ਕਈ ਕੁਛ ਕੀਤਾ। ਮੈਂ ਲਿਖਿਆ ਲਫ਼ਜ਼ ਹਰ ਸ਼ਬਦ ਦੇ ਵਿੱਚ ਜੇ ਮੈਂ ਲਿਖਿਆ ਤਾਂ ਉਹ ਮਹੱਲਾ ਉਹਦੇ 'ਤੇ ਨਹੀਂ ਸਾਰੀਆਂ ਚੀਜ਼ਾਂ ਵਰਤੀਆਂ। ਪੋਇਟਰੀ ਹੈ। ਆਪਣੇ 'ਤੇ ਵਰਾ ਕੇ ਦੁਨੀਆ ਨੂੰ ਮਿਸਾਲ ਦਿੱਤੀ ਹੈ ਵੀ ਮੈਂ ਸਾਰੇ ਕਰਮ ਕੀਤੇ। ਹਾਰ ਕੇ ਮੈਂ ਉਹਦੇ ਦੁਆਰੇ 'ਤੇ ਪਿਆ। ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ ਰਹਾਓ। ਔਰ ਫਿਰ ਮੈਨੂੰ ਬੁੱਧ ਵਿਵੇਕੀ ਆਈ ਵੀ ਅੰਦਰਲਾ ਰੰਗ ਫੜ। ਉਹ ਕਰਮ ਕਾਂਡ ਨਹੀਂ ਹੈ। ਇਸ ਕਰਕੇ ਕਾਂਡ ਕਹਿੰਦੇ ਆ ਚੈਪਟਰ ਨੂੰ। ਮੈਂ ਆਪਣੇ ਗਿਆਨਵਾਨ ਸਾਥੀਆਂ ਨੂੰ ਸਦਾ ਲਈ ਜਿਹੜੇ ਬ੍ਰਹਮ ਦੇ ਲਫ਼ਜ਼ ਹੈ ਸਾਡੇ ਆਉਣੇ ਉਹਦਾ ਲਫ਼ਜ਼ ਸਮਝਾ। ਇਹ ਚੈਪਟਰ, ਇਹ ਬਾਬ, ਉਰਦੂ 'ਚ ਇਹਨੂੰ ਬਾਬ ਕਹਿੰਦੇ। ਇਹ ਜਿਹੜਾ ਕਰਮ ਕਾਂਡ ਦਾ ਤਰੀਕਾ, ਇਹ ਰੱਬ ਨੂੰ ਮਿਲਣ ਦਾ ਢੰਗ ਵੀ ਕਰਮ ਕਾਂਡ ਨਾਲ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਕਰਮ ਕਾਂਡ ਨਾਲ ਸਾਨੂੰ ਬੜਾ ਫਾਇਦਾ ਹੈ। ਇਹ ਚੈਪਟਰ ਤੁਰਿਆ ਆ ਰਿਹਾ ਸੀ ਕਰਮ ਕਾਂਡ ਦਾ। ਕਾਂਡ ਮੈਨੇ ਚੈਪਟਰ। ਇਸ ਕਰਕੇ ਇਸ ਚੈਪਟਰ ਨੂੰ ਕੱਟਿਆ ਸਾਰੀ ਬਾਣੀ 'ਚ ਔਰ ਨਾਮ ਜਪਾਇਆ ਹੈ ਜਿਹੜਾ ਕਿ ਸਭ ਤੋਂ ਉੱਤਮ ਹੈ। ਉਹ ਵੀ ਕਰਮ ਹੈ ਇੱਕ, ਲੇਕਿਨ ਸਭ ਤੇ ਉੱਤਮ ਹਰੇ ਹਰੇ ਕਾਮ ਗੁਰ ਪੂਰੇ ਦਿਰੜਿਓ ਹਰ ਨਾਮ। ਇਸ ਕਰਕੇ ਇਹ ਜਿਹੜੇ ਨਿਰਾਫਲ ਕੰਮ ਸੀ ਉਹਦੇ ਅਗੇਂਸਟ ਲਿਖਿਆ ਜਪੋ ਤਾਂ ਇੱਕੋ ਨਾਮਾ ਅਵਰ ਨਿਰਾ ਫਲ। ਇਹਨਾਂ ਨੂੰ ਫਲ ਨਹੀਂ ਲੱਗਣਾ ਨਾਮ ਵਾਲਾ। ਜਿੰਨੇ ਮਰਜ਼ੀ ਇਹ ਪੂਜਾ ਪਾਠ ਜੋ ਢੰਗਾ ਸਿਰ 'ਚ ਬਿਆਨ ਕਰਨਗੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਅੱਜ ਸਿੱਧਾ ਸਿੱਖੀ ਇਹਦਾ ਖੰਡ ਪਾਠ ਹੀ ਕਰੀ ਆ ਰਹੀ ਹੈ। ਇਸ ਸ਼ਬਦ ਦਾ ਕਦੀ ਇਹਦੇ 'ਚੋਂ ਸੀਧ ਨਹੀਂ ਲਈ ਵੀ ਅਸੀਂ ਉਹੋ ਹੀ ਕੰਮ ਕਰ ਰਹੇ ਹਾਂ ਜੋ ਇਹ ਸ਼ਬਦ ਮਨਾ ਕਰ ਰਿਹਾ। ਇਸ ਕਰਕੇ ਪਹਿਲਾਂ ਰਹਾਓ ਦੂਜਾ ਅਸੀਂ ਗਾਉਂਦੇ ਹਾਂ ਔਰ ਉਹ ਆਪਣੇ 'ਤੇ ਵਰਾਇਆ ਵੀ ਮੈਂ ਤੇਰਾ ਸੇਵਕ ਹੈ, ਮੈਂ ਕਰਮ ਕਾਂਡ ਨਹੀਂ ਕਰਨੇ। ਪਹਿਲੇ 'ਚ ਮੈਂ ਕੀਏ ਕਰਮ ਅਨੇਕਾ, ਉਹ ਪੋਇਟਰੀ 'ਚ ਆਪਣੇ 'ਤੇ ਵਰਾ ਕੇ ਸਾਰੇ ਕਰਮ ਲਾ ਕੇ ਫਿਰ ਮਗਰੋਂ ਅਕਾਲ ਪੁਰਖ ਦੇ ਸੇਵਕ ਬਣਦੇ ਹੈ, ਸੰਤ ਨਹੀਂ ਬਣਦੇ। ਸਾਰੀ ਬਾਣੀ ਸੇਵਕ ਦਾਸ ਸਿੱਖ ਬਣ ਕੇ ਲਿਖੀ ਗਈ ਹੈ, ਗੁਰੂ ਬਣ ਕੇ ਨਹੀਂ ਲਿਖੀ ਗਈ ਸਾਰੀ ਬਾਣੀ। ਇਸ ਕਰਕੇ ਮਹੱਲਾ ਪੰਜਵਾਂ ਦੀ ਅਸੀਂ ਰਹਾਓ ਦੂਜੇ ਦੀ ਤੁਕ ਲਾਉਂਦੇ ਹਾਂ ਔਰ ਰਹਾਓ ਦੂਜੇ ਦੇ ਮੋਹਰੇ
ਦੱਦੇ ਨੂੰ ਦੋ ਲੈਂਕੜੇ ਜੀਜਾ ਤੇ ਕੰਨਾ। ਮਹਾਰਾਜ ਨੇ ਕਿਹਾ ਲਿਖ ਦਿੱਤਾ ਵੀ ਇਹਨੂੰ ਬੁਲਾਓ ਰਹਾਓ ਦੂਜਾ। ਇਹਦਾ ਮਤਲਬ ਅਗਲਾ ਵਿਵੇਕ ਕਰਨ ਲੱਗਾ, ਸਮਝਣ ਲੱਗਾ, ਸਮਝੇ ਵੀ ਇਹਦਾ ਰਹਾਓ ਪਹਿਲਾਂ ਕਿੱਥੇ। ਇਸ ਕਰਕੇ ਦੂਜਾ ਲਫ਼ਜ਼ ਲਿਖ ਦਿੱਤਾ ਔਰ ਉਹਦੇ ਅੱਗੇ ਹਿੰਸੇ ਦਿੱਤੇ ਆ। ਫਿਰ ਇਹ ਅਸੀਂ ਦੱਸੀ ਆਵਾਂਗੇ ਹੌਲੀ ਹੌਲੀ। ਇਸ ਕਰਕੇ ਇਹ ਐਡਾ ਵੱਡਾ ਗਿਆਨ ਹੈ ਜਿਹਨੂੰ ਥੋੜ੍ਹੇ ਜਿਹੇ ਥੰਮ ਰੂਲ ਸਮਝ ਲਈਏ, ਸਾਰਾ ਗਿਆਨ ਬੈਠ ਕੇ ਤੁਸੀਂ ਘਰ 'ਚ ਕੜੀਆਂ ਨੂੰ ਖੋਲ੍ਹ ਸਕਦੇ ਹੋ। ਅਸੀਂ ਇਸ ਸ਼ਬਦ ਤੋਂ, ਇਸ ਸ਼ਬਦ ਨਾਲ ਕਰਮਕਾਂਡ ਕੱਟਣਾ ਹੈ ਔਰ ਅੰਦਰਲਾ ਰੰਗ ਰਿਕਮੈਂਡ ਕਰਨਾ ਹੈ। ਔਰ ਉਹਦੇ ਵਿੱਚ ਮਹਾਰਾਜ ਮਾਤਾ ਲਫ਼ਜ਼ ਆਏਗਾ। ਮਾਤਾ ਕਹਿੰਦੇ ਮੱਚ ਜਾਣ ਨੂੰ। ਮਾਤਾ ਜਿੱਦਾਂ ਬੀਬੀਆਂ ਗਿੱਧੇ 'ਚ ਮੱਚ ਜਾਂਦੀਆਂ ਅਤੇ ਮੁੰਡੇ ਭੰਗੜੇ 'ਚ ਮੱਚ ਜਾਂਦੇ ਆ, ਉਹ ਮਗਨ ਹੋ ਜਾਂਦੇ ਆ, ਉਹਨੂੰ ਮੱਚਣਾ ਕਹਿੰਦੇ। ਮਹਾਰਾਜ ਕਹਿੰਦਾ ਮੈਂ ਤੇਰੇ ਨਾਮ ਜਪਣ 'ਚ ਮੈਂ ਮਗਨ ਹੋ ਗਿਆ, ਮੈਂ ਮੱਚ ਗਿਆ, ਅਤੇ ਤੇਰਾ ਮੈਂ ਸੇਵਕ ਹੈ ਔਰ ਤੇਰੇ ਨਾਮ ਜਪਣ ਦੇ ਰੰਗ ਦੇ ਵਿੱਚ ਮੈਂ ਮੱਚ ਉੱਠਿਆ ਹੈ। ਤੇਰੋ ਸੇਵਕ ਇਹ ਰੰਗੇ ਮਾਤਾ, ਤੇਰੋ ਸੇਵਕ ਇਹ ਰੰਗੇ ਮਾਤਾ। ਮੈਂ ਆਪ ਨਹੀਂ ਹੋਇਆ, ਕੀ ਹੋਇਆ? ਭਇਓ ਕਿਰਪਾਲ ਦੀਨ ਦੁਖ ਭੰਜਨ, ਭਇਓ ਕਿਰਪਾਲ ਦੀਨ ਦੁਖ ਭੰਜਨ। ਦੁਖ ਭੰਜਨ ਸਤਿਗੁਰੂ ਹੈ ਸਾਡਾ, ਅਕਾਲ ਪੁਰਖ ਆਪ ਹੈ। ਭਇਓ ਕਿਰਪਾਲ ਦੀਨ, ਮੇਰੇ ਦੀਨ ਦੇ ਉੱਤੇ, ਗਰੀਬ ਦੇ ਉੱਤੇ ਔਰ ਮੇਰੇ ਦੁੱਖ ਭੰਨ ਸਿੱਟੇ ਉਹਨੇ। ਕੀ ਦਿੱਤਾ? ਹਰ ਹਰ ਕੀਰਤਨੇ ਇਹ ਮਨ ਰਾਤਾ। ਕੀਰਤਨ ਨਹੀਂ ਹੈ ਇੱਥੇ, ਇੱਥੇ ਨੰਨੇ ਨੂੰ ਸਿਆਰੀ ਹੈ। ਹਰੇ ਹਰੇ ਕੀਰਤਨੇ ਇਹ ਮਨ ਰਾਤਾ ਹੈ। ਜਿਹੜਾ ਹਰ ਹਰ ਦੋ ਵਾਰੀ ਆ ਗਿਆ ਰੱਬ ਦਾ ਨਾਂ, ਇਹ ਪਰਮੇਸ਼ਰ ਦੇ ਨਾਮ ਦੇ ਜਪਣ ਨਾਲ ਇਸ਼ਾਰਾ ਹੈ। ਜਿੱਥੇ ਬਾਣੀ 'ਚ ਪਰਮੇਸ਼ਰ ਦਾ ਨਾਮ ਇੱਕ ਤੋਂ ਵੱਧ ਵਾਰੀ ਦੁਹਰਾਇਆ ਜਾਏ, ਹਰ ਹਰ ਗੋਬਿੰਦ ਗੋਬਿੰਦ ਜਾਂ ਸਾਰਾ ਰਾਮ ਰਾਮ, ਉਹ ਜਪਣ ਨਾਲ ਇਸ਼ਾਰਾ ਹੈ। ਜਿਹੜੇ ਜਿਹੜੇ ਆਪਣੇ ਗੁਰੂ ਦਾ ਮੰਤਰ ਜਪਦੇ ਹੋ ਜਪੋ, ਔਰ ਇਹੋ ਹੀ ਕੀਰਤਨ ਹੈ। ਸਾਡਾ ਨਾਮ ਜਪਣਾ ਹੀ ਕੀਰਤਨ ਹੈ। ਔਰ ਮੈਂ ਨਾਮ ਜਪਣ ਵਾਲੇ ਕੀਰਤਨੇ 'ਚ ਮੇਰਾ ਮਨ ਰੰਗਿਆ ਨਹੀਂ ਗਿਆ। ਪਹਿਲਾਂ ਰੰਗ ਸੀ, ਹੁਣ ਰਾਤਾ ਹੈ, ਦੋ ਲਫ਼ਜ਼ ਹੈ। ਇਸੇ ਕਰਕੇ ਰੰਗ ਨੀਵੀਂ ਸਟੇਜ ਹੈ, ਰਤਿਆ ਸਭ ਤੋਂ ਉਤਲੀ ਸਟੇਜ ਹੈ। ਰਤਿਆ ਗਿਆ ਮੈਂ। ਤੋ ਭਇਓ ਕਿਰਪਾਲ ਦੀਨ ਦੁਖ ਭੰਜਨ, ਹਰੇ ਹਰੇ ਜਪਣ ਦੇ ਵਿੱਚ ਕੀਰਤਨੇ, ਇਹੋ ਮੇਰਾ ਕੀਰਤਨ ਹੈ। ਬਾਹਰਲਾ ਗਾਉਣਾ ਵਜਾਉਣਾ ਕੀਰਤਨ ਨਹੀਂ ਹੈ। ਕੀਰਤਨ ਦੇ ਨੰਨੇ ਨੂੰ ਸਦਾ ਔਂਕੜ ਹੋਏਗਾ ਔਰ ਉਹ ਕੀਰਤਨ ਸਾਡਾ ਹੈ ਅੰਦਰਲਾ ਸੱਚਾ ਅਤੇ ਜਪਣ ਵਾਲੇ ਸ਼ਬਦ ਦਾ ਜਾਪ। ਇਸ ਕਰਕੇ ਉਹ ਅੰਦਰ ਕੀਰਤਨ ਸ਼ੁਰੂ ਹੋ ਜਾਂਦਾ ਹੈ। ਕਹਿੰਦਾ ਮੈਂ ਇਸ ਕੀਰਤਨ ਦੇ ਵਿੱਚ ਮੇਰਾ ਮਨ ਰੰਗਿਆ ਨਹੀਂ, ਫੜ ਕੇ ਰੱਤਿਆ ਗਿਆ। ਪਹਿਲਾਂ ਤੇਰੋ ਸੇਵਕ ਕੇ ਰੰਗੇ ਮਾਤਾ, ਜਿਸ ਵੇਲੇ ਮੈਂ ਰੰਗ ਚੜ੍ਹਿਆ ਉਸ ਤੋਂ ਬਾਅਦ ਰੱਤਾ ਸਟੇਜ ਹੈ। ਇਸ ਕਰਕੇ ਇਹ ਡੁੰਗਾਈਆਂ ਸ਼ਬਦ ਦੀਆਂ ਲੈਣੀਆਂ ਔਰ ਉਸ ਹਿਸਾਬ ਨਾਲ ਇਹ ਰਹਾਓ ਦੂਜਾ ਹੈ। ਔਰ ਇਹਨੂੰ ਇੱਕ ਵਾਰੀ ਰਹਾਓ ਦੂਜੇ ਨੂੰ ਗਾ ਲਈਏ, ਫਿਰ ਪਹਿਲਾ ਰਹਾਓ ਗਾਵਾਂਗੇ, ਫਿਰ ਸਾਰਾ ਸ਼ਬਦ ਅਸੀਂ ਉਸ ਤਰ੍ਹਾਂ ਪੜ੍ਹਾਂਗੇ ਜਿੱਦਾਂ ਲਿਖਿਆ ਹੈ। ਤੇਰੋ ਸੇਵਕ ਇਹ ਰੰਗੇ ਮਾਤਾ, ਤੇਰੋ ਸੇਵਕ ਇਹ ਰੰਗੇ ਮਾਤਾ। ਭਇਓ ਕਿਰਪਾਲ ਦੀਨ ਦੁਖ ਭੰਜਨ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰੇ ਹਰੇ ਕੀਰਤਨੇ ਇਹੋ ਮਨ ਰਾਤਾ। ਰਹਾਉ ਦੂਜਾ ਹਰੇ ਹਰੇ ਕੀਰਤਨੇ ਇਹੋ ਮਨ ਰਾਤਾ। ਤੇਰੋ
ਨਾਲ ਅਸੀਂ ਰਹਾਓ ਪਹਿਲਾ ਗਾਵਾਂਗੇ। ਉਹ ਰਹਾਓ ਇੱਥੋਂ ਸ਼ੁਰੂ ਹੁੰਦੇ ਹੈ। प्यार इन बिद मिलन न जाए, मैं किए कर्म अनेका प्यारे। इन बिद मिलन न जाए, मैं किए कर्म अनेका प्यारे इन बिद मिलन न जाए, मैं किए कर्म अनेका प्यारे। इन बिद मिलन न जाए, मैं किए कर्म अनेका। मैं किए कर्म अनेका, मैं किए कर्म अनेका, मैं किए कर्म अनेका, मैं किए कर्म अनेका। प्यारे इन बिद मिलन न जाए, मैं किए कर्म अनेका। प्यारे इन बिद मिलन न जाए, मैं किए कर्म अनेका। हार पर्यो स्वामी कै द्वारे, दीजै बुद्धे बबेका। हार पर्यो स्वामी कै द्वारे, दीजै बुद्धे बबेका। रहाओ दीजै बुद्धे बबेका, दीजै बुद्धे बबेका। ए दीजे बुद्धे बबेका, दीजे बुद्धे बबेका। आ पहला रहाओ है। अकाल पुरख अगे बेनती कर रहे, महाराज मैनू कुछ विचारन दी बुद्ध दे। मैनू जिहड़ी बाणी है जो गुरु नानक ने अपनी दखणी ओंकार च हुक्म किया सिੱਖੀ ਨੂੰ, गुरु नानक ने ये बाणी ਇੰਨੀ ਦਿੱਤੀ ਸਾਨੂੰ। ਸਾਡਾ ਪਹਿਲਾ ਔਲੀਆ, ਪਹਿਲਾ ਪੈਗੰਬਰ, ਉਹ ਲਿਖ ਗਿਆ ਦੱਖਣੀ ਓਂਕਾਰ 'ਚ। ਇਹਨੂੰ ਕੀ ਕਰਨਾ? ਬਾਣੀ ਨੂੰ ਸਮਝੇ, ਸੂਝੇ, ਪੜ੍ਹ ਬੂਝੇ, ਔਰ ਇੱਥੇ ਨਾ ਛੱਡ ਦੇ। ਫਿਰ ਅੰਦਰ ਦੇ ਅੰਦਰ ਰੱਬ ਨੂੰ ਖੜਾ ਕਰੇ। ਅੰਤ ਨਿਰੰਤਰੇ ਸੱਚ, ਵੀ ਤੇਰੇ ਅੰਦਰ ਹੀ ਹੈ ਸੱਚਾ, ਔਰ ਉਹ ਤੇਰੇ ਅੰਦਰ ਦੇ ਅੰਦਰ ਹੈ ਬੈਠਾ। ਉਹਨੂੰ ਪ੍ਰਗਟ ਕਰ ਔਰ ਇਸ ਬਾਣੀ ਨੂੰ ਸਮਝ, ਤਾਂ ਤੇ ਫਾਇਦਾ ਹੈ। ਸਮਝੇ, ਸੂਝੇ, ਪੜ੍ਹ ਬੂਝੇ, ਅੰਤ ਨਿਰੰਤਰੇ ਸੱਚ। ਆ ਤੇਰਾ ਗੋਲ ਹੈ। ਔਰ ਇਹੋ ਹੀ ਬੁੱਧ ਵਿਵੇਕ ਮਹਾਰਾਜ ਮੰਗ ਰਹੇ ਹੈ। ਮੈਂ ਦੀਜੇ ਬੁੱਧੇ ਬਵੇਕਾ, ਮੈਂ ਦੀਜੇ ਬੁੱਧੇ ਬਵੇਕਾ, ਮੈਂ ਦੀਜੇ बुद्धे बबेका, दीजै बुद्धे बबेका। ਵਿਵੇਕ ਕਹਿੰਦੇ ਆ ਸੋਚ ਵਿਚਾਰ ਨੂੰ, ਸਮਝਣ ਨੂੰ। ਨਿਊਟਨ ਨੇ ਵਿਵੇਕ ਕੀਤਾ। ਬਾਗ 'ਚ ਬੈਠਾ ਸੀ ਵੀ ਇਹ ਸੇ ਥਾਂ ਨੂੰ ਡਿੱਗਾ ਮੇਰੇ ਸਾਹਮਣੇ, ਇਹ ਅਸਮਾਨ ਨੂੰ ਕਿਉਂ ਨਹੀਂ ਚੜ੍ਹ ਗਿਆ? ਸੱਜੇ ਕਿਉਂ ਨਹੀਂ ਚਲਾ ਗਿਆ? ਖੱਬੇ ਕਿਉਂ ਨਹੀਂ ਚਲਾ ਗਿਆ? ਇਹ ਕਿਉਂ ਧਰਤੀ 'ਤੇ ਆਇਆ? ਵਿਵੇਕੀ ਸੀ ਉਹ। ਇਹਨੂੰ ਕਹਿੰਦੇ ਆ ਵਿਵੇਕ। ਉਹਨੇ ਫਿਰ ਲਾ ਕੱਢੇ ਵੀ ਹਰ ਇੱਕ ਚੀਜ਼ ਆਪਣੇ ਨੂੰ ਇੱਕ ਦੂਜੇ ਨੂੰ ਖਿੱਚਦੀ ਹੈ। ਧਰਤੀ ਬਹੁਤ ਵੱਡੀ ਹੈ, ਸੇ ਛੋਟਾ, ਉਹਨੇ ਖਿੱਚ ਲਿਆ। ਇਹਨੂੰ ਵਿਵੇਕ ਕਹਿੰਦੇ। ਇਸ ਤਰ੍ਹਾਂ ਜੇ ਬਾਣੀ 'ਚ ਅਸੀਂ ਵਿਵੇਕ ਕਰਾਂਗੇ, ਇਹ ਜਿਹੜੇ ਡੂੰਘੇ ਸਪਿਰਚੁਅਲ ਲਾਅ ਸਾਨੂੰ ਮਿਲਣਗੇ ਵੀ ਅਸੀਂ ਰੱਬ ਨੂੰ ਫੜ ਸਕਾਂਗੇ। ਇਸ ਕਰਕੇ ਬੁੱਧ ਵਿਵੇਕਾ ਦਸਮ ਪਾਤਸ਼ਾਹ ਨੇ ਤੇ ਕਮਾਲ ਹੀ ਕਰ ਦਿੱਤੀ। ਆਪਣੇ ਸਿੱਖਾਂ ਨੂੰ ਸਮਝਾ ਰਹੇ ਨੇ। ਕਹਿੰਦੇ ਇਸ ਤਨ ਦੇ ਨਾਲ ਧੀਰਜ ਐਡੀ ਪੈਦਾ ਕਰ, ਇਹਨੂੰ ਹੈਡਕੁਆਟਰ ਬਣਾ ਲੈ। ਧੀਰਜ ਧਾਮ ਬਣਾਏ ਇਹਾ ਤਨ, ਬੁੱਧ ਸੋ ਦੀਪਕ ਜਿਉ ਉਜਿਆਰ। ਆਪਣੇ ਅੰਦਰ ਬੁੱਧ ਦਾ ਦੀਵਾ ਬਾਲੋ। ਪਰ ਸਿੱਖੀ ਦਾ ਗਿਆਨ ਵੱਲੋਂ ਹੱਥ ਬਹੁਤ ਤੰਗ ਹੈ। ਕੋਈ ਸਿੱਖ ਵਿਵੇਕ ਕਰਨ ਨੂੰ ਤਿਆਰ ਨਹੀਂ। ਵਿਚਾਰ ਜੇ ਵਿਵੇਕ ਕਰਦੇ ਵੀ ਹੈ ਤਾਂ ਸਰਬਲੋਹ ਦਾ ਵਿਵੇਕ। ਲੋਹਾ ਧਾਤ, ਉਹ ਧਾਤਾਂ ਪੂਜਣ ਲੱਗ ਪੈਂਦੇ, ਲੋਹੇ 'ਚ ਖਾਈ। ਉਹ ਵਿਵੇਕ ਮੈਨੇ ਵਿਚਾਰ ਹੈ। ਇਹੋ ਕਬੀਰ ਸਾਹਿਬ ਕਹਿੰਦੇ ਵੀ ਕਹੋ ਕਬੀਰ ਮੈਂ ਸਾਡਾ ਪਹਿਲਾ ਗੁਰੂ ਹੀ ਵਿਚਾਰ ਹੈ। ਕਬੀਰ ਸਾਹਿਬ ਮੋਹਰ ਲਾਉਂਦੇ ਹੈ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਵਿਵੇਕੋ। ਜਿਹੜਾ ਬਾਣੀ ਨੂੰ ਪੜ੍ਹੀ ਜਾਂਦਾ, ਗਾਈ ਜਾਂਦਾ, ਔਰ ਇਹਨੂੰ ਸਮਝਦਾ ਨਹੀਂ ਹੈ, ਉਹਨੇ ਆਪਣੇ ਗੁਰੂ ਨੂੰ ਨਹੀਂ ਫੜਿਆ ਹਾਲੇ। ਕਹੋ ਕਬੀਰ ਮੈਂ ਸੋ ਗੁਰ ਪਾਇਆ। ਸਾਡਾ ਗੁਰ ਸ਼ਬਦ ਗੁਰ ਪੀਰਾ ਗਹਿਰ ਗੰਭੀਰ ਹੈ। ਇੱਕ ਸ਼ਬਦ ਲਾਂਗੇ, ਉਹਦਾ ਵਿਵੇਕ ਕਰਾਂਗੇ, ਕਿੱਡਾ ਗਿਆਨ ਮਿਲਦਾ। ਇਸ ਕਰਕੇ ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਵਿਵੇਕੋ। ਇਹੋ ਹੀ ਮਹਾਰਾਜ ਤਰਲਾ ਕਰ ਰਹੇ ਨੇ ਅਕਾਲ ਪੁਰਖ ਅੱਗੇ,
ਮੈਂ ਦੀਜੇ ਬੁੱਧ ਵਿਵੇਕਾ, ਮੈਂ ਦੀਜੇ ਬੁੱਧ ਵਿਵੇਕਾ, ਮੈਂ ਦੀਜੇ ਬੁੱਧੇ ਵਿਵੇਕਾ, ਮੈਂ ਦੀਜੇ ਬੁੱਧੇ ਵਿਵੇਕਾ। ਹਾਰ ਪਰਿਓ ਸਾਮੀ ਕੇ ਦੁਆਰੇ ਦੀਜੇ ਬੁੱਧੇ ਵਿਵੇਕਾ। ਕਿਉਂ ਮੈਨੂੰ ਦੇ? ਕਿਉਂਕਿ ਮਨ ਜਿੰਨੇ ਕਰਮ ਕਾਂਡ ਅੱਜ ਤੋਂ ਤੁਰੇ ਆਉਂਦੇ ਜੁਗਾਂ ਤੋਂ, ਇਹਨਾਂ ਨਾਲ ਮੇਰਾ ਕੱਖ ਨਹੀਂ ਬਣਿਆ। ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧੇ ਵਿਵੇਕ ਰਹਾਓ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧੇ ਵਿਵੇਕ। प्यारे इन विद मिलन न जाई, मैं किए कर्म अनेका। प्यारे इन विद मिलन न जाई, मैं किए कर्म अनेका। महला पंजवां। की गुरु नानक दे मिलने की आस कर रहा है? किन्नू मिलना कह रहा है? अकाल पुरख नूं। किसी भी शब्द दे विच ਅਕਾਲ ਪੁਰਖ ਨਾਲ ਸਿੱਧਾ ਸਾਨੂੰ ਜੋੜਿਆ ਹੈ। ਕਿਸੇ ਗੁਰੂ ਦਾ ਧਿਆਨ ਨਹੀਂ ਰੱਖਣਾ, ਇਸੇ ਕਰਕੇ ਉਹਨਾਂ ਨੇ ਆਪਣਾ ਨਾਂ ਨਹੀਂ ਉੱਤੇ ਕਿਸੇ ਮਹੱਲੇ ਨਾਲ ਲਿਖਿਆ। ਇਸ ਕਰਕੇ ਮਹੱਲਿਆਂ ਦੀ ਬਾਣੀ 'ਚ ਕਿਸੇ ਗੁਰੂ ਦਾ ਧਿਆਨ ਨਹੀਂ ਅਸੀਂ ਲਿਆਉਣਾ, ਅਕਾਲ ਪੁਰਖ ਦਾ ਸਿੱਧਾ ਧਿਆਨ ਰੱਖਣਾ ਹੈ। ਜੋ ਇਹੋ ਮਹੱਲਾ ਪੰਜਵਾਂ ਕਹਿੰਦਾ ਹੈ, ਸੱਤੇ ਪੁਰਖ ਅਕਾਲ ਮੂਰਤ ਹਿਰਦੇ ਧਾਰੋ ਧਿਆਨ। ਔਰ ਕਿੱਦਾਂ ਧਰੇ? ਆਪਣੀ ਰਹਾਉ ਦੀ ਤੁਕ 'ਚ ਗੁਰੂ ਅਰਜਨ ਪਾਤਸ਼ਾਹ ਮਹੱਲਾ ਪੰਜਵਾਂ ਕਹਿੰਦਾ, ਰਸਨਾ ਰਾਮ ਰਾਮ ਆਰਾਮ ਬਖਾਨ। ਬੋਲ ਬੋਲ ਕੇ ਨਾਮ ਰਾਮ ਰਾਮ ਦਾ ਜਪ, ਔਰ ਰਸਨਾ ਤੇਰਾ ਧਿਆਨ ਲੱਗਣਾ ਸ਼ੁਰੂ ਹੋ ਜੂ। ਇਸ ਕਰਕੇ ਇਹੋ ਜਿਹੜਾ ਧਿਆਨ ਅਸੀਂ ਰੱਖਣਾ ਕਿਸੇ ਗੁਰੂ ਵੱਲ, ਕਿਸੇ ਫੋਟੋ ਵੱਲ, ਕਿਸੇ ਆਦਮੀ ਵੱਲ, ਕਿਸੇ ਅਕਾਲ ਪੁਰਖ ਦਾ ਧਿਆਨ ਉਹਦਾ ਸ਼ਬਦ ਹੀ ਹੈ। ਜੋ ਸ਼ਬਦ ਜਪਦੇ ਹੋ ਉਹਨੂੰ ਕੰਨਾਂ ਨਾਲ ਸੁਣੋ। ਇਹ ਸ਼ਬਦ ਸੁਰਤ ਦੀ ਆਰੰਭਕ ਖੇਲ ਹੈ। ਪਹਿਲਾ ਧਿਆਨ ਲਾਉਣਾ ਕੀ ਹੈ? ਨਾਮ ਜਪੀ ਚਲੋ, ਔਰ ਉਹਦੇ ਵਿੱਚ ਹੀ ਜਿੱਦਾਂ ਗੁਰੂ ਅਰਜਨ ਪਾਤਸ਼ਾਹ ਮਹਿਬ ਹੋ ਗਏ ਹੈ, ਔਰ ਤੁਸੀਂ ਵੀ ਡੜਿਆ ਉੱਠੋਗੇ ਜਦੋਂ ਨਾਮ ਅੰਦਰ ਚੱਲ ਪਿਆ। ਤੇਰੋ ਸੇਵਕ ਇਹ ਰੰਗੇ ਮਾਤਾ, ਇਹ ਤੇਰੋ ਸੇਵਕ ਇਹ ਰੰਗੇ है कि नहीं? जवाब पहले रहाओ दा, प्यारे इन विदे मिलन न जाई, मैं किए कर्म अनेका। अखीर ते जवाब दे जाते ने, तेरा सेवक एह रंगे माता, तेरा सेवक एह रंगे माता। भयो किरपाल। कौन किरपाल? गुरु नानक हल ध्यान नहीं है, अकाल पुरख हल ध्यान है। भयो किरपाल दीन दुख भंजन। अंदरला अखंड कीर्तन शुरू हो गया। हरे हरे कीरतने, वाह वाह, ए हरे हरे कीरतने, एहो मन राता। ਕਿਸੇ ਸਿੱਖੀ ਦਾ ਗੋਲ ਹੈ ਵੀ ਇਸ ਤੱਕ ਅਸੀਂ ਪਹੁੰਚਣਾ ਹੈ। ਉਹ ਪਹੁੰਚਦੇ ਕਾਹਦੇ ਤੇ ਆ? ਉਹਨਾਂ ਦਾ ਗੋਲ ਹੈ ਜਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ। ਉਹ ਸਭ ਤੋਂ ਵੱਡਾ ਨੰਗਾ ਕਰਮ ਕਾਂਡ ਕੱਟਿਆ ਹੈ, ਜਿਹੜਾ ਸਦੀਆਂ ਤੋਂ ਬ੍ਰਹਮਣਵਾਦ ਨਾਲ ਇਸ ਹਿੰਦੁਸਤਾਨ ਦੀ ਜਨਤਾ ਦੇ ਗਲ ਪਾਇਆ ਸੀ। ਪਾਠ ਕਰਨੇ, ਵੇਦਾਂ ਦੇ ਪਾਠ, ਸ਼ਾਸਤਰਾਂ ਦੇ ਪਾਠ, ਰਮਾਇਣ ਦੇ ਪਾਠ ਅੱਜ ਕੱਲ੍ਹ ਤੁਰ ਰਹੇ ਨੇ। ਮਹਾਂਭਾਰਤ ਦਾ ਪਾਠ ਹੀ ਪਾਠ ਕਰੀ ਜਾਣੇ, ਕਥਾ ਕਹਾਣੀਆਂ, ਪਾਠ ਸਾਰਾ। ਔਰ ਇੱਥੇ ਤੱਕ ਚੱਲੇ ਆ ਸਾਡਾ ਆਮ ਮੁਹਾਵਰਾ ਪਿੰਡੀ ਥਾਈ, ਯਾਰ ਮੈਂ ਪੂਜਾ ਪਾਠ ਕਰਕੇ ਆਇਆ ਜਾਗਾ। ਪੂਜਾ ਕਰਮਕਾਂਡ ਹੈ, ਨਾਮ ਜਪਣਾ ਹੀ ਸਾਡੀ ਪੂਜਾ ਹੈ। ਔਰ ਪਾਠ ਇਹ ਮਹਾਰਾਜ ਨੇ ਟੀਸੀ 'ਤੇ ਟੰਗਿਆ ਇੱਥੇ। ਆਹ ਕਰਮਕਾਂਡ ਜਿਹੜਾ ਸਿੱਖੀ ਸਭ ਤੋਂ ਜ਼ਿਆਦਾ ਕਰ ਰਹੀ, ਅਣਗਹਿਲੀ 'ਚ ਕਰ ਰਹੀ ਹੈ, ਪਿਆਰ ਨਾਲ ਬਾਣੀ ਸ਼ਰਧਾ ਨਾਲ ਪੜ੍ਹ ਰਹੀ ਹੈ।
ਪਰ ਇਹਦਾ ਜੇ ਕਿਤੇ ਵਿਵੇਕ ਕਰਕੇ ਜਾਂ ਸ਼ਬਦ ਆ ਦੇਖ ਗਏ, ਉਸੇ ਵੇਲੇ ਸਮਝਣਗੇ ਵੀ ਅਸੀਂ ਪਾਠ ਤੇ ਕਰਦੇ ਹਾਂ। ਮਹਾਰਾਜ ਨੇ ਕਿਹਾ ਵੀ ਇਹਨੂੰ ਸਮਝ ਕੇ ਕਰੋ, ਪਾਠ ਜ਼ਰੂਰ ਕਰੋ, ਪਾਠ 'ਚੋਂ ਹੀ ਸਭ ਕੁਝ ਮਿਲਣ ਵਾਲਾ, ਪਰ ਇਹਨੂੰ ਕਦੀ ਸਮਝਣ ਦੀ ਤਾਂ ਕੋਸ਼ਿਸ਼ ਕਰ ਲਾ। ਇਸ ਕਰਕੇ ਪਹਿਲਾ ਕਰਮ ਕਾਂਡ ਹੈ ਵੀ ਜਿਹਨੂੰ ਫਲ ਨਹੀਂ ਲੱਗਣੇ। ਅਸੀਂ ਸਦਾ ਲਈ ਦੱਸ ਦਈਏ ਭਈ ਬਾਣੀ ਸਾਰੀ ਦੇ ਵਿੱਚ ਗਿਆਨ ਕਲਾ ਹੈ, ਇਹਦੇ ਕੋਲੋਂ ਗਿਆਨ ਲੈਣਾ ਹੈ। ਔਰ ਜਿਹੜਾ ਤੁਸੀਂ ਹਰ ਕੀ ਜਾਂ ਨਾਮ ਜਪਣਾ ਹੈ, ਉਹਦੇ 'ਚ ਪਾਰਸ ਕਲਾ ਹੈ, ਉਹਦੇ ਨਾਲ ਕੁਛ ਹੋਣਾ। ਤਦੇ ਹੀਰ 'ਤੇ ਲਿਖਿਆ ਤੇਰੋ ਹਰੇ ਹਰੇ ਕੀਰਤਨ ਨੇ, ਵੀ ਮੈਂ ਨਾਮ ਜਪਿਆ ਤਾਂ ਮੈਨੂੰ ਸਭ ਕੁਛ ਹੋਇਆ। ਔਰ ਜਿਹੜੀ ਕਰਮ ਕਾਂਡ ਹੈ, ਮੈਂ ਕੀਏ ਕਰਮ ਅਨੇਕਾ। ਹੁਣ ਮਹਾਰਾਜ ਅਸੀਂ ਸ਼ਬਦ ਸ਼ੁਰੂ ਤੋਂ ਲਾਂਗੇ ਵੀ ਕਿਹੜੇ ਕਿਹੜੇ ਕਰਮ ਹੈ ਜਿਹੜੇ ਕੱਟੇ ਹੈ। ਰਹਾਉ ਦੇ ਵਿੱਚ ਜਿਹਨਾਂ ਕਰਮਾਂ ਨਾਲ ਸਮਾਉਣਾ ਹੈ, ਉਹ ਸਭ ਤੋਂ ਖਤਰਨਾਕ ਕਰਮ ਹੈ ਜੋ ਸਦੀਆਂ ਤੋਂ ਤੁਰੇ ਆ ਰਹੇ ਸੀ। ਵੀ ਯੋਗ ਦੇ ਆਸਣ, ਇਹ ਯੋਗ ਔਰ ਗਿਆਨ ਨੂੰ ਵਿਚਾਰੀ ਜਾਣਾ, ਬਾਣੀ ਨੂੰ ਵਿਚਾਰੀ ਜਾਣਾ, ਪਰ ਨਾਮ ਨਾ ਜਪਣਾ। ਇਹ ਹੈ ਵੇਦ ਵਿਚਾਰਨਾ। ਵੇਦ ਜਿੱਥੇ ਆ ਜਾਏ ਉਹ ਚਾਰੇ ਵੇਦ ਨਹੀਂ ਹੁੰਦੇ, ਉਹ ਵੇਦ ਮੈਨੇ ਗਿਆਨ। ਇਸ ਕਰਕੇ ਬਹੁਤਾ ਗਿਆਨ ਹੀ ਵਿਚਾਰੀ ਜਾਣਾ। ਸਮਝ ਵੀ ਲਾਓਗੇ ਬਾਣੀ ਨੂੰ ਸਾਰੀ ਨੂੰ, ਲੇਕਿਨ ਜੇ ਉਹਦੇ ਮੁਤਾਬਕ ਤੁਸੀਂ ਐਕਸ਼ਨ ਨਾ ਲਾਓਗੇ, ਨਾਮ ਨਾ ਜਪੋਗੇ, ਤਾਂ ਉਹਦਾ ਫਾਇਦਾ ਉੱਥੇ ਤੱਕ ਹੀ ਰਹਿ ਜਾਓਗੇ। ਇਸ ਕਰਕੇ ਗਿਆਨ ਨੂੰ ਵਿਚਾਰਨਾ, ਪਾਠ ਕਰੀ ਜਾਣੇ, ਔਰ ਬੜੇ ਬੜੇ ਮੁਸ਼ਕਿਲ ਨਿਉਲੀ ਆਸਨ, ਭੁਜੰਗਮ ਸਾਧਨਾ, ਯੋਗ ਦੇ ਆਸਣ, ਇਹ ਜਿਹੜੇ ਮੁਸ਼ਕਿਲ ਯੋਗੀਆਂ ਨਾਲ ਤੋਰੇ ਸੀ, ਜਿਹਦੇ ਨਾਲ ਸਿਹਤ ਤਾਂ ਠੀਕ ਹੋ ਜਾਊਗੀ, ਬੋਡੀ ਤੁਹਾਡੀ ਠੀਕ ਹੋ ਜੂ, ਪਰ ਉਹਨਾਂ ਪੰਜਾਂ ਨਾਲ ਖਹਿੜਾ ਨਹੀਂ ਤੁਹਾਡਾ ਛੱਡਣਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾ ਪਾਠ ਕਰਦਿਆਂ ਨੇ, ਨਾ ਇਹ ਨਿਵਲ ਭੁਜੰਗਮ ਸਾਧਨ ਨੇ, ਨਾ ਵੇਦ ਗਿਆਨ ਬਹੁਤਾ ਪੜ੍ਹਨ ਨਾਲ। ਇਹ ਕਮਾਈ ਸ਼ਬਦ ਦੀ ਨਾਮ ਜਪਣ ਨਾਲ ਹਟਣੇ ਹੈ, ਨਹੀਂ ਤੇ ਇਹਨਾਂ ਤੋਂ ਨਹੀਂ ਛੁੱਟੋਗੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਹੋ ਹੀ ਇਹਨਾਂ ਦਾ ਸਭ ਦਾ ਵੱਡਾ ਜਿਹੜੇ ਵੱਡੇ ਕਰਮ ਕਾਂਡ ਆ, ਉਹਨਾਂ ਦਾ ਨੁਕਸਾਨ ਕੀ ਹੈ। ਪੰਜ ਜਨਾਂ ਸਿਉ ਸੰਗ ਨਾ ਛੁਡਕਿਓ। ਅਧਿਕ ਕਹਿੰਦੇ ਜ਼ਿਆਦਾ ਤੇਰੇ 'ਚ ਹਉਮੈ ਹੋ ਗਈ, ਮੈਂ ਇੰਨਾ ਪਾਠ ਕੀਤੇ, ਮੈਂ ਇੰਨਾ ਕਰ ਰਿਹਾ, ਮੈਂ ਇੰਨਾ, ਤੇਰੀ ਹਉਮੈ ਅੰਦਰ ਮੈਲ ਲੱਗ ਗਈ। ਅਧਿਕ ਕਹਿੰਦੇ ਜ਼ਿਆਦਾ, ਆਹੰਗ ਕਹਿੰਦੇ ਆ ਹਉਮੈ ਨੂੰ। ਬੁੱਧੇ ਵਾਧੇ, ਤੂੰ ਵਿਵੇਕ ਬੁੱਧੀ 'ਚ ਤੇ ਵਧਿਆ ਨਹੀਂ ਗਿਆ, ਹਉਮੈ ਦੀ ਬੁੱਧ 'ਚ ਬੰਨਾ ਵੀ ਮੈਂ ਇੰਨੇ ਪਾਠ ਕਰਦਾ, ਰੋਜ਼ ਇੰਨਾ ਪਾਠ ਕਰਦਾ, ਇੰਨੇ ਆਹ ਸਾਰਾ। ਔਰ ਉੱਧਰ ਜੋਗੀ ਹੈ ਵੀ ਜਿਹੜੇ ਅਸੀਂ ਸਾਧਨਾ ਕਰ ਰਹੇ ਹਾਂ ਮੁਸ਼ਕਿਲ, ਔਰ ਸਾਧੇ ਅਸੀਂ, ਉੱਧਰ ਕਹਿੰਦੇ ਅਸੀਂ ਇੰਨਾ ਗਿਆਨਵਾਨ, ਇੰਨੇ। ਉਹ ਗਿਆਨ ਵਿਚਾਰੋਗੇ, ਗਿਆਨ ਖੰਡ 'ਚ ਬੈਠੇ ਰਹੋਗੇ ਬੁੱਧ ਵਾਂਗੂ। ਆ ਗਿਆਨ ਖੰਡ ਦੂਜਾ ਖੰਡ ਆ, ਉਹਦੇ ਵਿੱਚ ਹੀ ਸਾਰੇ ਕ੍ਰਿਸ਼ਨ, ਗੀਤਾ, ਸਾਰੇ ਮਹੇਸ਼, ਬੁੱਧ, ਕਿਹੜੇ ਕਿਹੜੇ ਵੱਡੇ ਜਿਹੜੇ ਗਿਆਨਵਾਨ ਬੰਦੇ ਬੜੇ ਤਕੜੇ ਨੇ, ਲੇਕਿਨ ਖੰਡ ਦੂਸਰਾ ਹੀ ਹੈ। ਇਹ ਤੋਂ ਤੇ ਤਿੰਨ ਖੰਡ ਹੋਰ ਹੈ। ਇਸ ਕਰਕੇ ਆਹ ਚੀਜ਼ ਅਸੀਂ ਬਾਣੀ ਤੋਂ ਸਮਝਣੀ ਆ। ਬਾਣੀ ਦਾ ਲੈਵਲ ਭਈ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲੇ ਭੁਜੰਗਮ ਸਾਧੇ, ਪੰਜ ਜਨਾਂ ਸਿਉ ਸੰਗ ਨਾ ਛੁਡਕਿਓ। ਆਹ ਦਾ ਨੁਕਸਾਨ ਹੈ ਪਾਠ ਕਰਨ ਦਾ ਔਰ ਸਾਰੇ ਦਾ। ਜੇ ਪਾਠ ਸਮਝ ਕੇ ਕਰਾਂਗੇ, ਜਿੰਨਾ ਮਰਜ਼ੀ ਪਾਠ ਕਰੋ, ਪਰ ਜੇ ਨਾਲ ਨਾਮ ਜਪਾਂਗੇ ਤਾਂ ਇਹਨਾਂ ਤੋਂ ਖਹਿੜਾ ਛੁੱਟੇਗਾ। ਇਸ ਕਰਕੇ ਪੰਜ ਜਨਾਂ ਸਿਉ ਸੰਗ ਨਾ ਛੁਡਕਿਓ, ਆਦਿਕ ਅਹੰਗ ਬੁੱਧ ਬਾਧੇ। ਤਾਂ ਮਹਾਰਾਜ ਇਹ ਰਹਾਉ ਦੇ ਵਿੱਚ ਸਮਾਉਣੇ ਹੈ। ਰਹਾਉ ਡੜਿਆ ਕੇ ਮੂੰਹੋਂ ਨਿਕਲਿਆ ਵੀ ਮੈਂ ਨਹੀਂ ਇਹ ਕਰਮ ਕਾਂਡ ਕਰ, ਇਹ ਤਾਂ ਬਿਲਕੁਲ ਹੀ ਖਰਾਬ ਹੈ। ਇਸ ਕਰਕੇ ਪਹਿਲੀ ਲਾਈਟ ਆ ਰਹੀ ਸਾਨੂੰ ਕਿਹੜੀ ਭਈ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ। ਭਾਵੇਂ ਲੱਖਾਂ ਖੰਡ ਪਾਠ ਕਰੀ ਚਲੋ, ਜਿੰਨੇ ਮਰਜ਼ੀ ਪਾਠ, ਇਹ ਬ੍ਰਹਮਣਵਾਦ ਤੋਂ ਤੁਰੇ ਹੈ। ਅਸੀਂ ਪਾਠ ਕਰਨਾ ਹੈ, ਪਰ ਸਮਝ ਕੇ ਕਰਨਾ ਹੈ, ਔਰ ਆਪ ਕਰਨਾ ਹੈ। ਕਿਰਾਏ ਦੇ ਟੱਟੂ ਨਹੀਂ ਲਿਆਉਣੇ ਖੰਡ ਪਾਠ ਲਈ, ਜਾਂ ਭਾਈ ਜਾਂ ਦੂਸਰੇ ਬਾਹਰਲੇ ਲਿਆ ਕੇ ਖੰਡ ਪਾਠ ਕਰਾ ਦੇਣਾ। ਮੈਂ ਚੰਡੀਗੜ੍ਹ ਗਿਆ, ਉੱਥੇ ਭਾਈ ਸਾਹਿਬ ਜੀ ਐਸੀ ਅਣਘੜਦੀ ਵੱਜੀ ਹੈ, ਪਾਠ ਰਖਾਇਆ ਘਰ 'ਚ ਬੜੇ ਬੜੇ ਅਮੀਰਾਂ ਨੇ। ਕਹਿੰਦੀ ਕਿਉਂ ਜੀ? ਹਾਂਜੀ ਭਾਈ ਸਾਹਿਬ ਆਉਂਦੇ ਨੇ, ਉਹ ਪਾਠ ਕਰ ਜਾਂਦੇ ਨੇ। ਵਾਹ ਜੀ ਵਾਹ। ਕੈਮਿਸਟਰੀ ਦੀ ਕਿਤਾਬ ਕੋਈ ਪੜ੍ਹੇ ਅਤੇ ਪਾਸ ਕੋਈ ਹੋ ਜਾਏ। ਕਦੀ ਹੋਇਆ ਵੀ ਬੱਚਾ ਜਿਹਨੇ ਇਮਤਿਹਾਨ ਦੇਣਾ ਉਹ ਪੜ੍ਹੇ ਨਾ, ਉਹ ਕਿਸੇ ਹੋਰ ਕਿਤਾਬ ਹੋਰ ਪੜ੍ਹ ਜਾਏ ਅਤੇ ਪਾਸ ਹੋ ਜੂਗਾ। ਭਾਈ ਰੱਖੇ ਆ ਜੀ, ਉਹ ਭਾਈ ਸਾਹਿਬ ਆਉਂਦੇ ਨੇ, ਪਾਠ ਕਰ ਜਾਂਦੇ, ਅਸੀਂ ਉਹਨਾਂ ਦੀ ਸੇਵਾ ਕਰ ਦਿੰਦੇ ਹਾਂ। ਹੁਣ ਉਹਨਾਂ ਨੇ ਚੌਥਾ ਪਾਠ ਰੱਖੇ ਆ,
ਦੇਖੋ ਇੰਨੀ ਆਨੇਰਗਰਦਗੀ ਕਿਉਂ ਹੈ? ਕਿਉਂਕਿ ਅਸੀਂ ਬਾਣੀ ਨੂੰ ਸਮਝਿਆ ਨਹੀਂ ਕਿਸੇ। ਉਹਦਾ ਫਾਇਦਾ ਤੁਹਾਨੂੰ ਕੱਖ ਨਹੀਂ ਹੋਣਾ। ਆਪ ਪਾਠ ਕਰੋ ਜੇ ਕਰਨਾ ਹੈ, ਉਹ 'ਚ ਦੇਖੋ ਕਿੰਨਾ ਫਾਇਦਾ ਹੁੰਦਾ। ਇਸ ਕਰਕੇ ਜਿਹੜਾ ਬਾਕੀ ਪਾਠ ਹੈ, ਇਹ ਤੁਸੀਂ ਪਾਠ ਕਰ ਲਓ, ਸੁਣ ਲਓ, ਅਖੰਡ ਪਾਠ ਖਾ ਦਿਓ, ਜਿੰਨਾ ਮਰਜ਼ੀ ਜੋ ਤੁਰਿਆ ਸਿੱਖੀ 'ਚ ਇਸ ਵੇਲੇ। ਔਰ ਨੰਗਾ ਕਰਮ ਕਾਂਡ ਤੁਰਿਆ, ਜਿਹਨੂੰ ਕੋਈ ਨਹੀਂ ਕੱਟ ਰਿਹਾ ਡਰਦਾ, ਕੋਈ ਨਹੀਂ ਆਵਾਜ਼ ਚੱਕਦਾ ਵੀ ਸ਼ਬਦ ਕੀ ਕਹਿ ਰਹੇ ਨੇ। ਪਾਠ ਅਸੀਂ ਸਦਾ ਲਈ ਟੇਪਾਂ 'ਚ ਵੀ ਔਰ ਸਾਰੇ ਦਮਗਜਾ ਮਾਰ ਅਨਾਊਂਸ ਕੀਤਾ ਹੈ ਵੀ ਇੱਕ ਤੁਕ ਵੀ ਸਾਰੇ ਗੁਰੂ ਗ੍ਰੰਥ ਸਾਹਿਬ 'ਚੋਂ ਪਾਠ ਕਰਨ ਦੀ ਸਾਨੂੰ ਲਿਆ ਦਿਓ, ਅਸੀਂ ਪਾਠ ਕਰਨਾ ਸ਼ੁਰੂ ਕਰ ਦਾਂਗੇ, ਨਾਮ ਜਪਣਾ ਛੱਡ ਦਾਂਗੇ। ਹੋਰ ਅਸੀਂ ਕੀ ਕਹੀਏ? 24 ਤੁਕਾਂ ਪਾਠ ਕਰਨ ਦੇ ਅਗੇਂਸਟ, ਰਿਜੈਕਟਡ ਪਾਠ ਹਰ ਥਾਂ, ਔਰ ਇੱਕ ਥਾਂ ਵੀ ਰਿਕਮੈਂਡਡ ਨਹੀਂ ਹੈ। ਤਾਂ ਸਿੱਖੀ ਨੂੰ ਹੋਸ਼ ਆਉਣੀ ਹੈ ਜੇ ਅਸੀਂ ਹੁਣ ਸ਼ਬਦਾਂ ਦੀ ਬੈਕਬੋਨ ਸਮਝ ਕੇ ਔਰ ਸ਼ਬਦਾਂ ਨੂੰ ਸਾਹਮਣੇ ਲਿਆ ਕੇ, ਕਿਉਂਕਿ ਸਾਰੇ ਸਿੱਖਾਂ ਨਾਲ ਬਦਲਣਾ ਹੈ। ਕਿਉਂ? ਉਹ ਬਾਣੀ ਦਾ ਬਹੁਤ ਆਦਰ ਕਰਦੇ ਹੈ ਔਰ ਬਾਣੀ ਬਚਾਏਗੀ। ਜੋ ਪਾਠ ਕਰ ਰਹੇ ਨੇ, ਜਦੋਂ ਆਪ ਥੋੜ੍ਹੀ ਜਿਹੀ ਵਿਵੇਕ ਦੀ ਕਰਨ ਦੀ ਜਾਂ ਆਪ ਦੀ ਸ਼ਬਦ ਨੂੰ ਸਮਝ ਤੇ ਲਓ, ਅਸੀਂ ਪੜ੍ਹਿਆ ਕੀ ਹੈ, ਉਹ 'ਚ ਲਿਖਿਆ ਕੀ ਹੈ, ਫਿਰ ਇਹ ਸਾਰੀ ਕੌਮ, ਸਾਰੀਆਂ ਕੌਮਾਂ ਨਾਲੋਂ ਅੱਗੇ ਨਿਕਲ ਜਾਓ। ਕਿਉਂਕਿ ਇਹਨਾਂ ਕੋਲ ਐਡਾ ਵੱਡਾ ਗਿਆਨ ਹੈ ਜਿਹਦਾ ਗੋਲ ਹੀ ਇਹੋ ਹੈ ਵੀ ਪਾਠ ਨਹੀਂ ਕਰਨਾ, ਇਸ ਸਟੇਜ ਤੇ ਪਹੁੰਚਣਾ ਹੈ। ਤੇਰੋ ਇਹ ਰੰਗੇ ਮਾਤਾ ਵੇ ਤੇਰਾ ਸੇਵਕ। ਆਓ ਉਹ ਲਿਖਾਰੀ ਲਿਖ ਰਿਹਾ ਜਿਹਨੇ ਸੁਖਮਨੀ ਸਾਹਿਬ ਦਾ ਪਾਠ ਦਿੱਤਾ ਸੀ। ਇਹ ਜਿਹੜੇ ਪਾਠ ਦਿੱਤੇ, ਇਹ ਜਿਹੜੇ ਸਾਰਾ ਕੁਛ ਹੈ, ਉਹ ਲਿਖ ਰਿਹਾ ਹੈ। ਪਾਠ ਪੜਿਓ ਔਰ ਭੇਦ ਵਿਚਾਰਿਓ, ਨਿਰਲ ਭਯੰਗਮ ਸਾਧੇ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਰਲ ਭਯੰਗਮ ਸਾਧੇ। ਨੇਵਲ ਭਯੰਗਮ ਸਾਧੇ। ਅੱਜ ਨਹੀਂ ਮਰਜ਼ੀ ਤੂੰ ਯੋਗ ਦੇ ਨਾਲ, ਇਹ ਜਿਮਨਾਸਟਿਕ ਜ਼ਰੂਰ ਹੈ ਸਰੀਰ ਦੀ, ਜੋ ਮਰਜ਼ੀ ਸਿੱਧਾ ਪੁੱਠਾ, ਜੋ ਮਰਜ਼ੀ ਤੂੰ ਸਾਧਨਾ ਕਰਦਾ ਰਹਿ, ਪਰ ਤੇਰਾ ਪੰਜਾਂ ਤੇ ਖਹਿੜਾ ਨਹੀਂ ਛੱਡਣਾ। ਪਾਠ ਪੜਿਓ ਔਰ ਭੇਦ ਵਿਚਾਰਿਓ, ਨਿਰਲ ਭਯੰਗਮ ਸਾਧੇ। ਪਾਠ ਪੜਿਓ ਔਰ ਭੇਦ ਵਿਚਾਰਿਓ, ਨਿਰਲ ਭਯੰਗਮ ਸਾਧੇ। ਪੰਜ ਜਨਾ ਸਿਉ ਸੰਗ ਨ ਛੁਟਿਓ, ਆਦਿਕ ਅਹੰਗ ਬੁੱਧ ਬਾਧੇ। ਪੰਜ ਜਨਾ ਸਿਉ ਸੰਗ ਨ ਛੁਟਿਓ, ਆਦਿਕ ਅਹੰਗ ਬੁੱਧ ਬਾਧੇ। ਐਦਾਂ ਉਤਲੀਆਂ ਤੁਕਾਨ ਕੇ ਹੁਣ ਰਹਾਉ 'ਚ ਸਮਾਉਣਗੀਆਂ। ਰਹਾਉ ਨਾ ਆਵਾਜ਼ ਦਿੱਤੀ, ਪਿਆਰੇ ਇਨ ਬਿਦ ਮਿਲ ਨ ਜਾਈ, ਮੈਂ ਕੀਏ ਕਰਮ ਅਨੇਕਾ। ਪਿਆਰੇ ਇਨ ਬਿਦ ਮਿਲ ਨ ਜਾਈ, ਮੈਂ ਕੀਏ ਕਰਮ ਅਨੇਕਾ। ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਅਨੇਕਾ। ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਰਹਾਉ, ਰਹਾਉ ਤੋਂ ਬਾਅਦ ਹੁਣ ਕਰਮ ਕਾਂਡ ਸ਼ੁਰੂ ਕਰਨ ਲੱਗੇ। ਸਭ ਤੋਂ ਵੱਡਾ ਕਰਮ ਕਾਂਡ ਜੋ ਸਿੱਖੀ 'ਚ ਬੁੱਧਿਜ਼ਮ ਦੇ ਅਸਰ ਨਾਲ ਜਾਂ ਬਾਹਰਲੀਆਂ ਚੀਜ਼ਾਂ ਦੇਖ ਕੇ ਸਿੱਖੀ ਵੀ ਥੋੜ੍ਹੀ ਥੋੜ੍ਹੀ ਇੱਧਰ ਕਰਦੀ ਵੀ ਅਸੀਂ ਵੀ ਚੁੱਪ ਕਰਕੇ ਧਿਆਨ ਲਾਈਏ। ਨਾਮ ਬੋਲ ਬੋਲ ਕੇ ਜਪਣ ਦੀ ਬਜਾਏ ਉਹ ਧਿਆਨ ਲਾਉਣਾ ਚਾਹੁੰਦੇ। ਸਾਡੇ ਜਪ ਦੇ ਵਿੱਚ ਸਭ ਤੋਂ ਪਹਿਲਾਂ ਇਹੋ ਹੀ ਲਿਖਿਆ ਵੀ ਚੁੱਪੇ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵਤਾਰ। ਜਿੰਨਾ ਮਰਜ਼ੀ ਅਸੀਂ ਉਸ ਮਹਾਤਮਾ ਦੀ, ਐਡਾ ਵੱਡਾ ਪੁਰਸ਼ ਮਹਾਤਮਾ ਬੁੱਧ, ਉਹਦਾ ਉਪਦੇਸ਼ ਬਹੁਤ ਅੱਛਾ ਹੈ। ਸਾਰਿਆਂ ਦੇ ਉਪਦੇਸ਼ ਆਪਣੇ ਆਪਣੇ ਥਾਂ ਠੀਕ ਹੈ, ਪਰ ਬੁੱਧ ਰੱਬ ਦੀ ਹਸਤੀ ਤੋਂ ਇਨਕਾਰ ਕਰਦਾ ਹੈ। ਬੁੱਧਿਜ਼ਮ 'ਚ ਰੱਬ ਨੂੰ ਨਹੀਂ ਮੰਨਿਆ ਜਾਂਦਾ, ਬੁੱਧ ਹੀ ਭਗਵਾਨ ਬਣਿਆ ਹੈ। ਉਹ ਨਾਸਤਿਕ ਮਜ਼ਹਬ ਹੈ। ਉਹ ਰੱਬ ਵੱਲ ਕੋਈ ਚੀਜ਼ ਨਹੀਂ ਆਉਂਦੀ। ਉਹ ਹੈ ਅੰਦਰਲੀ ਸਾਧਨਾ ਮਨ ਨੂੰ, ਔਰ ਉਹਦੀਆਂ ਸਾਰੀਆਂ ਇਸ ਤਰ੍ਹਾਂ ਲਾਉਣਾ ਆਪਣੀਆਂ ਆਪਣੀਆਂ ਪ੍ਰੈਕਟਿਸਾਂ ਹੈ। ਹਰ ਇੱਕ ਨੂੰ ਕੁਛ ਨਾ ਕੋਈ ਚੀਜ਼ ਮਿਲ ਜਾਂਦੀ ਹੈ। ਪਰ ਬੁੱਧ ਵਾਲੇ ਗਿਆਨ ਖੰਡ ਦੇ ਵਿੱਚ ਹੀ ਹੈ ਕਿ ਤੇ ਬੁੱਧ ਦੇਵੀ ਨਾਥ ਦੇ ਸਾਰੇ ਗਿਆਨ ਖੰਡ 'ਚ ਬੈਠੇ।
ये अच्छी स्टेज है। ज्ञान खंड में ज्ञान प्रचंड और तिथे नाद विनोद कोड आनंद, ये भी बड़ा आनंद है। सब कुछ लिखे साढ़े जप के खंडा ये उत्थे बैठे है। कभी अपने खंड ध्यान ना जपजी साहब के पाठ की बजाय उन्हें सोचा करो भी भगत कित्थे के लिखे है। भगत जाके है तिथे भगत बसे के लय करे आनंद सच्चा माने सोए। वो कर्म खंड और सचखंड च बैठे। इस करके जिहड़े भगत है वो सब तो टॉप ते रखे। बाकी आ जिन्ने कर्मकांडी जे पढ़ने हो भी कर्मकांडी कौन है, उत्थे आ ब्रह्मा विष्णु महेश गीता कृष्ण सारे जिन्ने उत्थे, क्योंकि बड़े बड़े ज्ञानवान बंदे सी। पर जो जिथे सानू बाणी ले जाती है इन्हां दा गोल नहीं सी। इस करके ये जिन्ने भी है हुण हार परे स्वामी के द्वारे दीजे बुद्ध विवेका। पहला कर्म जिहड़ा हुण थोड़ा थोड़ा सिੱਖੀ च घाल कर लगा भी चुप करके ध्यान लाओ। ध्यान नहीं लगना तुहाडा, तुसीं चुप कर लोगे मूँह च जप जी कहना तुहाडा मन नहीं चुप होना। चुप्पे चुप ना हो गई, तुसीं चुप करके बैठ जाओ, मन ना चौगना रौला पाउणा अंदर। फिर बंदे नूं पता लगना, फिर कबीर साहब वांगू उन्होंने ज्ञान देना पैना। भाई कबीर मारे बहुत पुकारिया भी मैं जो इनू मन नूं मारन लगा 5 मिनट तो बड़ा मैं आराम नाल बैठ गया, फिर तो इन्नी तेज़ दौड़न लगा है मेरे वाले चौंकड़े हालात ते फड़ के इन्ने। इस करके चुप्पे चुप ना हो भी जे लाए रहा लेवतार लिवदी अवस्था इन्हां कोल नहीं है। इस करके भावें जिद्दां मर्जी मौन हो के, मौन कहते चुप करके बैठण नूं। और पहला आ कर्म कांड कट्टिया इत्थे मौन पह्यो कर पाती रहियो फिर हो बन माही। मौन भयो कर पाती रहियो फिर हो बन माही। साडे साडे च इसे करके बोल बोल के नाम जपना, दुहाई पा के नाम जपना, कू कू के नाम जपना, नाम दा कहना, नाम दा आखना, नाम दा भौंकना। इन्ने लफ्ज 24 के करीब लफ्ज आए हैं भी चुप करके नहीं बैठना। रसना ना जपे नाम तिल तिल कर कट्टिए, बोले हर नाम सफल सेगा। हर एक थां ये पहलियां स्टेजां है। पहला डंडा है नाम नूं बोल बोल के जपना। ये बड़े फायदे है, असीं कड्ढी आ रहे हैं। इस करके पहला कर्मकांड कट्टिया महाराज ने भई ਜਿਹੜੇ लोग इस बन्ने जाते उन्होंने अपना खजाना नहीं देखिया भी साडी शब्द किते ये चीज़ रिजैक्ट तो नहीं करते। इस करके ना ध्यान लगना साडा, ना चुप करके साडा जप जप के ही ध्यान लगना है। और पहला आ कर्मकांड पिया भी मौन भयो, मोने भयो। मोनी जिन्हों जिथों लोग चुप करके तू बोलदा ही नहीं किसी ने। इस करके मोने भयो और तू हत्थां ते रोटी लेना, तू थालियां भी छड्ड दित्ते, भांडे भी छड्ड दित्ते। अगला कर्म कांड है। कई साधु थाली नहीं लेंदे जी, प्रशादा असीं हत्थां 'च ही खाने, साडा ये नियम। मौन पयो कर, कर कहंदे हत्थां नूं। कर पाती भी मैनू मैं अपने थाली बना ली भी मैं पत्तियां ते नहीं खाना, किसी ते नहीं, मैं हत्थां ते खाना। ये भी मैं अपने वालों त्याग किया सारिया चीज़ों का। मौन पयो कर पाती रहो, फिर जंगलों च नंगे फिर जाना, कपड़ा ही ना पाउना। नगन फिरियो बन माही भी खबर ये ना महाराज ना बाणी च टोका लाइया भी जे नंगे रिया मिलना तो हिरना तो सब तो पहला मिल जाए, जिन्हों दियां पिठा कालियां हो जांदियां, जेठ हाड़ दियां धुप्पां नाल नंगे ही रहंदे हरन। तो ये ऐसे कर्म कांड है जिन्हां नाल भी असीं रब नूं मिल सकते हैं। महाराज कहते इन्हां कर्म कांडां नाल तुहाडे 5 नहीं वस आउणे, तुहाडा कख नहीं समरना। और इनू कर्म कांड की है मैं किए कर्म अनेका, मैं किए कर्म अनेका। कदी भी कर्म कांड नूं घाल खाए कि छत्थों दे इंसान जो रोटी कमाउंदा है काम करदा है इस कदी धू के नहीं लियाउणा। आम साधु ਜਾਂ ਸਾਡੇ ਪਿੰਡਾਂ ਦੇ ਜਿੰਨੇ ਵੀ ਸੰਤ ਆ ਕੋਈ ਸਭ ਕੰਮਕਾਰ ਛੱਡ ਦਿੰਦੇ ਜੀ, ਅਬਰ ਨਰਾਫਲ ਕਾਮਾ ਬਸ ਨਾਮ ਜਪੋ। ਉਹ ਭਾਈ ਕਰਮ ਕਾਂਡ ਉਹ ਹੈ ਜਿਹੜੇ ਰੱਬ ਦੇ ਰਾਹ ਦੇ ਮਿਲਣ ਦੇ ਉੱਤੇ ਤੁਸੀਂ ਪੂਜਾ ਅੱਜ ਕੰਮ ਕਰਦੇ ਹੋ। ਬਾਕੀ ਤਾਂ ਸਾਡੇ ਗੁਰੂ ਦਾ ਹੁਕਮ ਹੈ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਅਸੀਂ ਕਿਰਤ ਕਰਕੇ ਅਸੋਟੀ ਖਾਣੀ ਆ ਸਾਰਾ, ਲੇਕਿਨ ਇਹ ਇਸੇ ਕਰਕੇ ਹੈ ਵੀ ਉਹ ਗਿਆਨ ਤੋਂ ਵਾਂਝੇ ਹੈ। ਉਹ ਗੁਰੂ ਨਾਨਕ ਦੀ ਉਹ ਲਾਈਨ 'ਚ ਜ਼ਾਤੀ 'ਚ ਸਾਰੀ ਸਿੱਖੀ ਆ ਜਾਂਦੀ ਹੈ
ਜਿਹੜੀ ਘਾਲ ਖਾ ਕੇ ਜਾਂ ਆਪਣੀ ਨੌਕਰੀ ਨਹੀਂ ਕਰਕੇ ਜਿਹੜੇ ਪੂਜਾ ਦੇ ਤਾਨ ਚੜਾਵੇ ਦਾ ਤਾਨ ਇਹਨਾਂ ਦੇ ਉੱਤੇ ਸੰਗਤਾਂ ਦੇ ਉੱਤੇ ਗੁਜ਼ਾਰਾ ਕਰਦੇ ਆ, ਸਖਤ ਮਨਾ ਹੈ। ਇਸ ਕਰਕੇ ਕਰਮ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਰਮ ਇੱਥੇ ਉਹ ਡਿਸਕਸ ਨੇ ਜਿਹੜੇ ਰੱਬ ਦੇ ਮਿਲਣ ਦੇ ਰਾਹ 'ਤੇ ਸਦੀਆਂ ਤੋਂ ਆ ਤੁਰੇ ਆ ਰਹੇ ਸੀ ਵੀ ਚੁੱਪ ਕਰਕੇ ਬੈਠ ਜਾਓ, ਬਾਕੀ ਹੱਥਾਂ 'ਤੇ ਰੋਟੀ ਖਾਓ, ਇੰਨਾ ਤਿਆਗ ਕਰ ਦਿਓ, ਜੰਗਲਾਂ 'ਚ ਚਲੇ ਜਾਓ, ਟੱਬਰ ਛੱਡ ਦਿਓ, ਜੋ ਕਿ ਕਰੋ ਸਾਰਾ ਇਹ ਕਰਮ ਕਾਂਡ ਹੈ। ਮਹਾਰਾਜ ਨੇ ਕਿਹਾ ਵੀ ਜਿਹੜਾ ਮੇਰਾ ਸਤਿਗੁਰ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਅਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਸਾਡਾ ਮੁਕਤੀ ਦਾ ਰਾਸਤਾ ਅਸੀਂ ਵਿੱਚੇ ਹੀ ਰਹਿ ਕੇ ਇਹ ਕਰਮ ਕਾਂਡ ਨੂੰ ਕਾਂਡ ਮੈਨੇ ਚੈਪਟਰ ਕਰਮ ਜੋ ਜੁਗਾਂ ਤੋਂ ਤੁਰੇ ਆ ਰਹੇ ਸੀ, ਜੋ ਹਰ ਸ਼ਬਦ ਕੱਟ ਰਿਹਾ ਹੈ, ਔਰ ਉਹ ਹੀ ਸਿੱਖੀ 'ਚ ਪ੍ਰਧਾਨ ਨੇ ਕਰਮ। ਨਾਮ ਜਪਣਾ ਅਲੋਪ ਹੈ। ਇਸ ਕਰਕੇ ਆਪਾਂ ਇਹ ਪਹਿਲਾ ਰਹਾਉ ਲਿਆਉਂਦੇ ਆ, ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਅਨੇਕਾ, ਮੈਂ ਕੀਏ ਕਰਮ ਅਨੇਕਾ। ਏ ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧੇ ਵਿਵੇਕਾ। ਰਹਾਉ ਹਾਰ ਪਰਿਓ स्वामी के द्वारे ਦੀਜੈ ਬੁੱਧੇ विवेका। ਪਿਆਰੇ ਇਨ ਵਿਦ ਮਿਲ ਨ ਜਾਈ, ਮੈਂ ਕੀਏ ਕਰਮ ਅਨੇਕਾ। ਪਿਆਰੇ ਇਨ ਵਿਦ ਮਿਲ ਨ ਜਾਈ, ਮੈਂ ਕੀਏ ਕਰਮ ਅਨੇਕਾ। ਮੋਨੇ ਭਇਓ ਕਰ ਭਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। मोरे भयो कर पाती रहियो, नगन फिरियो बन माही। ਮੋਨੇ ਭਇਓ ਕਰ ਭਾਤੀ, ਨਗਨ ਫਿਰਿਓ ਬਨ ਮਾਹੀ। ਮੋਨੇ ਭਇਓ ਕਰ ਭਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਨਗਨ ਫਿਰਿਓ ਬਨ ਮਾਹੀ, ਨਗਨ ਫਿਰਿਓ बन माही। ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟ ਕੇ माही। ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟ छुट के नाही। ਤਟ ਕਹਿੰਦੇ ਹੈ ਦਰਿਆ ਦੇ ਕੰਢੇ ਨੂੰ। ਤਟ ਕਹਿੰਦੇ ਆ ਜਿੱਥੇ ਬੇੜੀ ਆਣ ਕੇ ਲਾਉਂਦਾ ਮਲਾ, ਉਸ ਘਾਟ ਨੂੰ। ਤੀਰਥਾਂ ਦੇ ਤਟ, ਤੀਰਥ ਇਹਨਾਂ ਦੇ ਹੈ ਦਰਿਆ ਬੜੇ ਬੜੇ, ਔਰ ਸਰੋਵਰ ਝੀਲਾਂ ਜਾਂ ਸਾਰਾ ਪਾਣੀ ਦੇ ਜਿਸ ਉਸ ਨੂੰ ਤੀਰਥ ਨਹੀਂ ਕਹਿੰਦੇ ਜਿੱਥੇ ਪਾਣੀ ਸੁੱਕਾ ਹੋਵੇ। ਤੀਰਥ ਉਹ ਹੈ ਜਿਹਦੇ 'ਚ ਪਾਣੀ ਹੋਵੇ, ਭਾਵੇਂ ਉਹ ਟੋਭਾ ਹੈ, ਸਰੋਵਰ ਹੈ, ਦਰਿਆ ਹੈ, ਇਹ ਪਾਣੀ ਦੀ ਪੂਜਾ ਹੈ। ਵੀ ਇਹਦੇ ਨਾਲ ਆ ਕੇ ਤਟ ਔਰ ਉਹਦੇ ਕੰਢੇ 'ਤੇ ਤਟ ਤੀਰਥ ਕਹਿੰਦੇ। ਮੈਂ ਬੜੇ ਬੜੇ ਤੱਟਾਂ ਤੀਰਥਾਂ 'ਤੇ ਗਿਆ, ਦਰਿਆਵਾਂ 'ਤੇ ਸਾਰਿਆਂ 'ਤੇ ਔਰ ਸਰੋਵਰਾਂ 'ਚ ਨਹਾਉਂਦਾ ਫਿਰਿਆ। ਸਭ ਧਰਤੀ ਭਰਮਿਓ, ਕਈ ਸਾਧੂ ਖੜੋਂਦੇ ਹੀ ਨਹੀਂ ਹੈ, ਕਈ ਤੁਰੇ ਫਿਰੇ ਰਹਿੰਦੇ ਆ। ਜੈਨੀਆਂ ਨੂੰ ਕਦੀ ਦੇਖਿਆ ਕਰੋ, ਉਹ ਝੋਲਾ ਜਿਹਾ ਚਟਾ ਜਿਹਾ ਹੱਥ ਲੈ ਕੇ ਮੂੰਹ 'ਤੇ ਪੱਟੀਆਂ ਜਿਹੀਆਂ ਬੰਨ੍ਹ ਕੇ ਉਹ ਘੁੰਮਦੇ ਰਹਿੰਦੇ ਆ, ਔਰ ਨੰਗੇ ਪੈਰ ਤੁਰਦੇ ਆ ਵੀ ਤਾਂ ਕਿ ਕੀੜਾ ਨਾ ਥੱਲੇ ਆਣ ਕੇ ਕੋ ਮਰ ਜਾਏ। ਮੂੰਹ 'ਤੇ ਪੱਟੀ ਤਾਂ ਬੰਨ੍ਹਦੇ ਆ ਵੀ ਹਵਾ ਦੇ ਕੀੜੇ ਸਾਡੇ ਅੰਦਰ ਨਾ ਆ ਜਾਣ, ਸਾਨੂੰ ਪਾਪ ਨਾ ਲੱਗੇ। ਭਰਮਿਓ ਸਾਰੀ ਧਰਤੀ ਘੁੰਮਣੀ, ਤਟ ਤੀਰਥ ਸਭ ਧਰਤੀ ਭਰਮਿਓ, ਤੇਰੀ ਦੁਬਦਾ ਤੇ ਛੁਟਕੇ ਨਾਹੀਂ। ਦੁਬਦਾ ਕਹਿੰਦੇ ਹੈ ਨਾਮ ਜਪਣ ਤੋਂ ਬਗੈਰ। ਜੇ ਬਾਣੀ ਦਾ ਨਿਚੋੜ ਕੱਢੀਏ ਨਾ, ਨਾਮ ਜਪਣ ਤੋਂ ਬਗੈਰ ਸਾਰੀ ਹੀ ਦੁਬਦਾ ਹੈ। ਔਰ ਸਿਆਣੇ ਅੱਜ ਕੱਲ੍ਹ ਕਹਿਣ ਲੱਗ ਪਏ ਸਟੇਜਾਂ 'ਤੇ, ਜਿਹੜੇ ਬੜੇ ਬੜੇ ਕਥਾਵਾਨ ਹੈ, ਉਹ ਹੁਣ ਆ ਲਹਿਰ ਨਾਮ ਜਪਣ ਦੀ ਤੁਰਦੀ ਦੇਖ ਕੇ ਉਹਨਾਂ ਨਾਲ ਪਾਸਾ ਦਰ ਇੱਧਰਲਾ ਪਲਟਿਆ ਅਤੇ ਬੜੇ ਬੜੇ ਕਥਾਵਾਚਕ ਕਹਿਣ ਲੱਗੇ ਹੈ ਭਾਈ ਨਾਮ ਜਪਣ ਤੋਂ ਬਗੈਰ ਸਭ ਹੀ ਕਰਮ ਕਾਂਡ ਹੈ। ਇਸ ਕਰਕੇ ਇਹ ਦੁਬਦਾ ਹੈ, ਜਿਹੜੇ ਰੱਬ ਦੇ ਨਾਮ ਤੋਂ ਬਗੈਰ ਕੋਈ ਚੀਜ਼ ਕਰਨੀ, ਉਹ ਦੁਬਦਾ 'ਚ ਪੈ ਜਾਣਾ ਹੈ। ਇਸ ਕਰਕੇ ਉਹ ਦੁਬਦਾ ਤੇਰੀ ਜਿਹੜੀ ਦੁਬਦਾ ਤੂੰ ਦੁਬਦਾ 'ਚ ਪੈ ਜਾਏਗਾ, ਤੇਰਾ ਮਨ ਇੱਕ ਚਿੱਤ ਨਹੀਂ ਰਹੇਗਾ। ਕਦੀ ਜਿਹੜੀ ਦਾਲ ਹੈ, ਛੋਲਿਆਂ ਦਾ ਦਾਣਾ ਪੂਰਾ ਬੀਜੋਗੇ, ਆਸਾ ਦੀ ਵਾਰ 'ਚ ਲਿਖਿਆ ਛੋਲਿਆਂ ਦਾ ਦਾਣਾ ਪੂਰਾ ਬੀਜੋ ਉਹ ਉੱਗੇਗਾ, ਜੇ ਉਹ ਦੁਫਾੜ ਕਰਕੇ ਬੀਜੋ ਕਦੀ ਦਾਲ ਨਹੀਂ ਉੱਗਦੀ। ਉਗਵੇ ਨਾ ਉਗਵੇ। ਇਸ ਕਰਕੇ ਦੁਬਦਾ ਐਸੀ ਚੀਜ਼ ਹੈ ਵੀ ਇਹਨੂੰ ਦੁਬਦਾ 'ਚ ਨਾ ਪੈਣ। ਇੱਟਰ ਦਾ ਵਿਸ਼ਵਾਸ ਰੱਖ ਲਾ ਵੀ ਨਾਮ ਜਪਣ ਤੋਂ ਬਗੈਰ ਸਭ ਕੁਛ ਹੀ ਦੁਬਦਾ ਅਤੇ ਕਰਮ ਕਾਂਡ ਹੈ।
ਇਸ ਕਰਕੇ ਮਹਾਰਾਜ ਕਹਿੰਦੇ ਦੁਬਦਾ ਛੁਟਕੇ ਨਾਹੀ, ਦੁਬਦਾ ਛੁਟਕੇ ਨਾਹੀ, ਦੁਬਦਾ ਛੁਟਕੇ ਨਾਹੀ, ਦੁਬਦਾ ਛੁਟਕੇ ਨਾਹੀ। ਕਿਹਦੇ ਨਾਲ? ਤਰ ਤੀਰਥ ਸਭ ਧਰਤੀ ਪਰਮਿਓ, ਦੁਬਦਾ ਛੁਟਕੇ ਨਾਹੀ, ਤਰ ਤੀਰਥ ਸਭ ਧਰਤੀ ਪਰਮਿਓ, ਦੁਬਦਾ ਛੁਟਕੇ ਨਾਹੀ, ਦੁਬਦਾ ਛੁਟਕੇ ਨਾਹੀ, ਦੁਬਦਾ ਛੁਟਕੇ ਨਾਹੀ। ਪਿਆਰੇ ਇਨ ਬਿਦ ਮਿਲ ਨ ਜਾਈ, ਆਹਾ। ਮੈਂ ਕੀਏ ਕਰਮ ਅਨੇਕਾ ਪਿਆਰੇ। ਇਨ ਬਿਦ ਮਿਲ ਨ ਜਾਈ, ਮੈਂ ਕੀਏ ਕਰਮ ਅਨੇਕਾ। ਤੋ ਸ਼ਬਦ ਅਸੀਂ ਇਹ ਚੱਲਦਾ ਰੱਖਾਂਗੇ। ਅਗਲੀ ਸ਼ਬਦ ਚੌਂਕੀ 'ਚ ਇਹਦਾ ਫਿਰ ਹੋਰ ਗਿਆਨ ਲਾਂਗੇ। ਅੱਜ ਅਸੀਂ ਦੋ ਪਦੇ ਛੇੜੇ ਹੈ ਔਰ ਦੋ ਪਦੇ ਦਾ ਐਂਡ ਕੀਤਾ ਹੈ। ਤੀਸਰਾ ਅਸੀਂ ਸ਼ੁਰੂ ਕਰਨ ਲੱਗੇ ਹਾਂ। ਕਈਆਂ ਦਾ ਹੁੰਦਾ ਜੀ, ਜੇ ਮੈਨੂੰ ਪੈਨਸ਼ਨ ਲੱਗ ਗਈ ਨਾ, ਮੈਂ ਰਿਟਾਇਰਡ ਹੋ ਗਿਆ ਨਾ, ਮੈਂ ਅੰਮ੍ਰਿਤਸਰ ਗੁਰੂ ਕੀ ਨਗਰੀ 'ਚ ਜਾ ਕੇ ਬਸ ਜਾਣਾ। ਫਿਰ ਰੋਜ਼ ਅੰਮ੍ਰਿਤਸਰ ਜਾਇਆ ਕਰ। ਆਮ ਹੀ ਹਾਲਤ, ਮੈਂ ਫਲਾਣੇ ਹਰਿਦੁਆਰ ਜਾ ਕੇ ਬਸ ਜਾਣਾ, ਫਲਾਣੇ ਥਾਂ ਬੜੀ ਇਕਾਂਤ ਹੈ, ਉੱਥੇ ਜਾ ਕੇ ਮੈਂ ਬਸ ਆਪਣੀ ਪੈਨਸ਼ਨ ਮੇਰੇ ਕੋਲ ਹੈ ਉੱਥੇ। ਉਹ ਉਹਨਾਂ ਦੀ ਮਹਾਰਾਜ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸ। ਕਹਿੰਦੀ ਜਿੱਥੇ ਮਰਜ਼ੀ ਚਲੇ ਜਾ। ਜੇ ਤੇਰੇ ਟੱਬਰ 'ਚ ਬੈਠ ਕੇ ਘਰ 'ਚ ਮਨ ਨਹੀਂ ਖਲੋਂਦਾ ਤੇ ਉੱਥੇ ਜਾ ਕੇ ਕੀ ਖਲੋਣਾ? ਮਨ ਕਾਮਨਾ, ਤੇਰੇ ਮਨ ਦੇ ਵਿੱਚ ਇਹ ਕਾਮਨਾ ਹੈ। ਇਹ ਜਿਹੜੀ ਕਾਮਨਾ ਹੈ, ਇਹਨੂੰ ਗੁਰੂ ਨਾਨਕ ਨੇ ਕਿਹਾ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੇ ਨਾਮ ਬਸਾਰੀ, ਸੁਣ ਪੰਡਤ ਕਰਮਾਕਾਰੀ, ਜਿਸ ਕਰਮ ਸੁਖ ਉਪਜੇ ਭਾਈ, ਸੋ ਆਤਮ ਤਤ ਵਿਚਾਰੀ। ਇਹ ਕੋਈ ਆਤਮਾ ਦੀਆਂ ਗੱਲਾਂ ਨਹੀਂ ਹੈ, ਇਹ ਤੇਰਾ ਮਨ ਕਰਾ ਰਿਹਾ। ਆਸਾ ਕਰੀ ਜਾਣੀਆਂ ਵੀ ਬਸ ਜੋ ਟਾਈਮ ਮਿਲਦਾ ਹੈ। ਅਸੀਂ ਸਦਾ ਲਈ ਦੱਸਦੀ ਹੈ, ਸਾਰੀ ਬਾਣੀ ਕਹਿੰਦੀ ਹੈ ਪਿੱਛਾ ਇੰਨਾ ਇੰਪੋਰਟੈਂਟ ਨਹੀਂ ਹੈ। ਜਿਹੜਾ ਗੁਜ਼ਰ ਚੁੱਕਾ ਹੈ ਉੱਤੇ ਪਾ ਮਿੱਟੀ, ਪਿੱਛਾ ਨਾ ਮੋੜ ਮੁਹੱਡੜਾ, ਉਹ ਅਟੈਚਮੈਂਟ ਹੈ। ਪਿੱਛਾ ਨਾ ਮੋੜ ਮੁਹੱਡੜਾ, ਅਗਾਹੋਂ ਕੋ ਤਰਾਂਗ ਜੀਤ ਜਨਮ ਅਵਿਆ ਵਾਰ। ਪਿੱਛਾ ਇੰਨਾ ਇੰਪੋਰਟੈਂਟ ਨਹੀਂ ਹੈ, ਅੱਗੇ ਦੀ ਹਲੀ ਆਸ ਨਾ ਕਰ। ਆੜਾ ਪ੍ਰੈਜ਼ੈਂਟ ਹੈ ਨਾ, ਜਿਹੜਾ ਇੱਕ ਇੱਕ ਪਲ ਤੂੰ ਨਾਸ਼ ਕਰ ਰਿਹਾ, ਨਾਮ ਨਹੀਂ ਜਪ ਰਿਹਾ, ਇਹ ਤੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ। ਇਸ ਕਰਕੇ ਕਾਮਨਾ ਕਰੀ ਜਾਣੀ ਹੈ ਜੀ, ਉੱਥੇ ਜਾ ਕੇ ਮੈਂ ਬਸ ਜਾਵਾਂ, ਫੇਰ ਮੈਂ ਰੱਬ ਦੀ ਬੰਦਗੀ ਕਰੂੰਗਾ। ਮਹਾਰਾਜ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ। ਔਰ ਕਈ ਇਹਨਾਂ ਬਾਹਮਣਾਂ ਨਾਲ ਤੋਰੇ ਸੀ ਰਿਵਾਜ ਵੀ ਬੜੇ ਬੜੇ ਰਾਜੇ, ਬੜੇ ਬੜੇ ਅਮੀਰ ਲੋਕ ਆਪਣੀ ਸਾਰੀ ਦੌਲਤ ਦਾਨ ਕਰ ਦੇਣ ਬਾਹਮਣ ਨੂੰ, ਔਰ ਸਿਰ 'ਤੇ ਆਰਾ ਰੱਖ ਕੇ ਤੇ ਦੋ ਫਾੜ ਹੋ ਜਾਣ, ਉਹਨਾਂ ਨੂੰ ਮੁਕਤੀ ਮਿਲ ਜਾਏਗੀ। ਸਿਰ ਕਹਿੰਦੇ ਸਿਰ ਦੇ ਉੱਤੇ, ਕਰਵੱਤ ਕਹਿੰਦੇ ਆਰੇ ਨੂੰ। ਸਿਰ ਕਰਵੱਤ ਧਰਾਏ। ਇਹ ਜਿਹੜੇ ਭਿਆਨਕ ਕਰਮਕਾਂਡ ਸੀ, ਬਾਹਮਣ ਬੜੇ ਬੜੇ ਰਾਜਿਆਂ ਦਾ ਦਾਨ, ਸਾਰਾ ਪੈਸਾ ਲੈ ਕੇ, ਇਹਨਾਂ ਦੇ ਵੇਦਾਂ ਸ਼ਾਸਤਰਾਂ 'ਚ ਲਿਖੇ ਕਰਮਕਾਂਡ ਵੀ ਤੁਹਾਨੂੰ ਮੁਕਤੀ ਮਿਲ ਜਾਏਗੀ ਜੇ ਤੁਸੀਂ ਆਰਾ ਦੇ ਨਾਲ ਦੋ ਫਾੜ ਹੋ ਜਾਏਗਾ ਤੁਹਾਡਾ ਸਰੀਰ। ਤੋ ਆ ਹੁਣ ਆਉਣ ਲੱਗੀ ਹੈ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵੱਤ ਧਰਾਏ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵੱਤ ਧਰਾਏ। ਉਹ ਕਹਿੰਦਾ ਤੇਰਾ ਸਰੀਰ ਤੇ ਦੋ ਫਾੜ ਹੋ ਜਾਊਗਾ, ਤੇਰੀ ਮਨ ਦੀ ਮੈਲ ਤੇ ਲੱਥੀ ਨਾ। ਤੇਰੇ ਮਨ ਦੀ ਮੈਲ ਨਾ ਜਾਏ ਨਹਾਉਂਦਾ ਫਿਰ ਤੀਰਥਾਂ 'ਤੇ। ਬਸ ਕਹਿੰਦੇ ਹੋ ਮਨ ਦੀ ਮੈਲ ਤੇ ਗਈ ਨਾ, ਸਰੀਰ ਨੂੰ ਭਾਵੇਂ ਦੋ ਫਾੜ ਦੇਗਾ, ਚਾਰ ਫਾੜੀਆਂ ਕਰ ਸਿੱਟ, ਭਾਵੇਂ ਰੱਤੀ ਰੱਤੀ ਟੁੱਕ ਕੇ ਹਵਨ ਦੀ ਅੱਗ 'ਚ ਪਾ ਦੇ। ਇਹ ਵੀ ਕਰਮਕਾਂਡ ਸੀ ਇਹਨਾਂ ਦਾ। ਹਵਨ ਦੀ ਅੱਗ 'ਚ ਗੁਰੂ ਨਾਨਕ ਨੇ ਕਰਮਕਾਂਡ ਲਿਖੇ ਹੈ ਇੱਕ ਸ਼ਬਦ 'ਚ, ਭਈ ਭਾਵੇਂ ਤੂੰ ਭੋਰਾ ਭੋਰਾ ਆਪਣੇ ਸਰੀਰ ਨੂੰ ਕੱਢ ਕੇ ਇੱਦਾਂ ਬੋਟੀ ਬੋਟੀ ਹਵਨ ਦੀ ਅੱਗ 'ਚ ਪਾ ਲਾ ਵੀ ਤੈਨੂੰ ਮੁਕਤੀ ਮਿਲ ਜਾਊਗੀ। ਇਹ ਸ਼ੁਕਰ ਕਰੋ ਗੁਰੂ ਨਾਨਕ ਪੰਜਾਬ ਦੀ ਧਰਤੀ 'ਤੇ ਆਣ ਕੇ ਸਾਨੂੰ ਇਹਨਾਂ ਕਰਮਕਾਂਡਾਂ ਤੋਂ ਬਚਾ ਗਿਆ ਫੜ ਕੇ। ਲੇਕਿਨ ਹਾਲੀ ਵੀ ਸਿੱਖੀ ਮੁੜ ਕੇ ਇਹਨਾਂ ਕਰਮਕਾਂਡਾਂ 'ਚ ਪਈ ਜਾਂਦੀ। ਇਸ ਕਰਕੇ ਮਹਾਰਾਜ ਕਹਿੰਦੇ ਮਨ ਕਾਮਨਾ ਤੀਰਥ ਜਾਏ ਬਸਿਓ, ਸਿਰੇ ਕਰਵੱਤ ਧਰਾਏ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰੇ ਕਰਵੱਤ ਧਰਾਏ। ਇਹ ਮਨ ਕੀ ਮੈਲ ਨਾ ਉਤਰੇ, ਜੇ ਲੱਖ ਯਤਨ ਕਰਾਏ। ਮਨ ਕੀ ਮੈਲ ਨਾ ਉਤਰੇ, ਜੇ ਲੱਖ ਯਤਨ ਕਰਾਏ। ਮਨ ਦੀ ਮੈਲ ਕਾਹਦੇ ਨਾਲ ਲਿਖ ਦੋ?
ਅਗਲੇ ਅਸੀਂ ਅੰਕ ਅਗਲੀ ਸ਼ਬਦ ਚੌਂਕੀ ਚਲਾਂਗੇ तो मन दी मैल निकनी है। मन धोवो सब दे लागो, मन धोवो सब दे लागो, मन धोवो मन सब दे मन तो सब दे ला। जे मन ਨੂੰ ਧੋਂਦੇ ਗਏ ਤੇ ਕਿਸੇ ਵੇਲੇ ਆ ਹਾਲਤ ਆ ਜਾਏਗੀ ਜੋ ਗੁਰੂ ਨਾਨਕ ਦਾ ਸ਼ਬਦ ਕਹਿੰਦਾ ਹੈ, ਮਨ ਰੇ ਤੇਰੇ ਰਾਹ ਮਤ ਕਤ ਜਾਈ ਜੀ। ਕਿਉਂ ਮਨ ਥਿਰ ਨਹੀਂ ਹੁੰਦਾ? महाराज जो शब्द लिखे दे, अंतर मैल लोभ बहुत झूठे, अंतर मैल लोभ बहुत झूठे, बाहरे नाव कहे जियो, बाहरे नाव कहे जियो, ए बाहरे नाव कहे जियो, बाहरे नाव प्यारे इन विद मिलन न जाई, मैं किए कर्म अनेका प्यारे, इन विद मिलन न जाई, मैं किए कर्म अनेका। बहुते गुरु नानक ने तोड़ा लाता अपने शब्दा भी मैं कोई कर्म कांड नहीं करना, कोई हार्ड जप तप संयम रहत मर्यादा संयम नहाना धोना, मैं कोई इहो जे पूजा पाठ मैं कर्म नहीं करने। मैं की करना है? बाबा नानक आप अपनी कलम तो लिख रहे हैं, नाम जपी प्रभ तेरा, नाम जपी प्रभ तेरा, नाम जपी प्रभ तेरा, नाम जपी प्रभ मारे कहते जप तप संयम कर्म ना जाना, नाम जपी प्रभ तेरा। और मैं किसी बंदे नूं गुरु नहीं करना, इंसान नूं गुरु नहीं करना, गुर परमेश्वर है मेरा, गुर परमेश्वर नानक पेटियो कादे ना पेटिया, साचे शब्दे नवेरा। मैं जिहड़ा परमेश्वर दा सच्चा शब्द नाम बचन ਉਹਦੇ ਨਾਲ मैं कमाई की और अपना गुर परमेश्वर बनाया, ਤਾਂ मैं छुटिया। और कादे ना छुटिया, सिखो शब्द प्यारे हो, जन्म मरण की टेक, मुख उजल सदा सदा सुखी सदा सुखी, नानक सिमरत एक। वाहिगुरु जी का खालसा, वाहिगुरु जी की फतेह।